ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ KTV ਦੇਖਣ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਆਪਾਂ ਅੱਜ ਗੱਲ ਕਰਨੀ ਆ ਤੁਹਾਡੇ ਨਾਲ। ਪਹਿਲਾਂ ਤਾਂ ਸਭ ਤੋਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀਆਂ ਲੱਖ ਲੱਖ ਕੋਟ ਕੋਟ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕੀ, ਜਿਨ੍ਹਾਂ ਨੇ ਸਾਡੀ ਜਿਹੜੀ ਕੌਮ ਸਿੱਖ ਕੌਮ ਹੈ ਐਸੇ ਉਹਨਾਂ ਦੀ ਸ਼ਹੀਦੀਆਂ, ਇਹ ਸ਼ਹੀਦਾਂ ਦੇ ਕਰਕੇ ਹੀ ਜਿਹੜੀ ਇਸ ਵੇਲੇ ਜਿਹੜੀ ਆ ਦੁਨੀਆ ਵਿੱਚ ਲੰਘ ਰਹੀ ਹੈ, ਦੁਨੀਆ ਦਿਖਾ ਰਹੀ ਕਿ ਸਿੱਖ ਇੱਕ ਵੱਖਰੀ ਕੌਮ ਹੈ। ਉਹਨਾਂ ਦੀ ਸ਼ਹੀਦੀਆਂ ਕਰਕੇ ਸਾਨੂੰ ਸਿੱਖਾਂ ਦੇ ਹੋਣ ਦੇ ਬਹੁਤ ਬਹੁਤ ਮਾਣ ਆ। ਗੱਲ ਅੱਜ ਤੁਹਾਡੇ ਨਾਲ ਕਰਨੀ ਆ ਜੀ, ਬੰਦਾ ਆਪਣੀਆਂ ਕਿੰਨੀਆਂ ਇਛਾਵਾਂ ਹੁੰਦੀਆਂ, ਕਿੰਨੀਆਂ ਉਹ ਦਿਲ ਵਿੱਚ ਹੁੰਦੇ ਚਾਹ ਹੁੰਦੇ ਆ ਜਦੋਂ ਆਪਣੇ ਬਾਹਰੋਂ ਵਤਨਾਂ ਬਾਹਰਲੀ ਕੰਟਰੀਆਂ 'ਚ ਆਪਣੇ ਵਤਨਾਂ ਨੂੰ ਜਾਂਦਾ ਹੈ ਤੇ ਉੱਥੇ ਜਾ ਕੇ ਇੱਕ ਤਾਂ ਚਲੋ ਆ ਕਰੋਨਾ ਦੀ ਮਹਾਮਾਰੀ ਕਰਕੇ ਉਹਨੂੰ ਖੱਜਲ ਖੁਆਰੀ ਹੋਣੀ ਹੁੰਦੀ ਸੀਗੀ। ਉਹਨੂੰ ਕਾਂਤਵਾਸ ਵਿੱਚ ਰੱਖਿਆ ਜਾਂਦਾ ਸੀਗਾ 14 ਦਿਨਾਂ ਲਈ। ਉਹਨਾਂ ਨਾਲ ਮਤਲਬ ਜਿੱਥੇ ਉਹਨਾਂ ਰੱਖਿਆ ਜਾਂਦਾ ਸੀ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ, ਪਰ ਇੱਕ ਹੋਰ ਹੁਣ ਨਵਾਂ ਇੱਕ ਜਿਹੜੀ ਇਸ਼ੂ ਕ੍ਰੀਏਟ ਹੋਇਆ ਕਿ ਉਹਨਾਂ ਦੇ ਪਾਸਪੋਰਟ ਵੀ ਉੱਥੇ ਉਹਨਾਂ ਦੇ ਰੱਖ ਲਏ ਜਾਂਦੇ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਉਹਦੇ ਬਾਅਦ ਵਿੱਚ 14 ਦਿਨਾਂ ਤੋਂ ਬਾਅਦ ਵਿੱਚ ਸਾਡੇ ਕੋਲ ਆਇਓ ਤੇ ਆਪਣੇ ਪਾਸਪੋਰਟ ਲੈ ਲਿਓ। ਤੇ ਉਹਨਾਂ ਨਾਲ ਕੀ ਕੀ ਵਿਤਕਰੇ ਤੇ ਕੀ ਵਤੀਰੇ ਕੀਤੇ ਜਾਂਦੇ ਆ, ਕਿੱਦਾਂ ਉਹਨਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਆ, ਇਸ ਨਾਲ ਆਪਾਂ ਗੱਲਬਾਤ ਤੁਹਾਡੇ ਨਾਲ ਕਰਨੀ ਆ। ਤੇ ਮੇਰੇ ਨਾਲ ਮੇਰੇ ਵੀਰ ਗੁਰਸਿਮਰਨਜੀਤ ਸਿੰਘ ਜੀ ਰੰਧਾਵਾ ਜੁੜੇ ਨੇ, ਗੱਲਬਾਤ ਕਰਾਂਗੇ ਉਹਨਾਂ ਨਾਲ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੰਧਾਵਾ ਸਾਹਿਬ, ਗੱਲ ਇੱਕ ਆਪਣੀ ਹੁਣ ਜਿਹੜਾ ਜਿੱਥੇ ਖੱਜਲ ਖੁਆਰੀ NRI ਦੀ ਬਹੁਤ ਜ਼ਿਆਦਾ ਕੀਤੀ ਜਾਂਦੀ ਸੀਗੀ, ਤੇ ਹੁਣ ਇੱਕ ਹੋਰ ਜਿਹੜਾ ਮੁੱਦਾ ਇੱਕ ਨਵਾਂ ਆਇਆ ਕਿ ਜਦੋਂ ਇੱਥੋਂ ਜਾਂਦੇ ਆਪਣੇ ਕਿੰਨਾ ਚਾਅ ਹੁੰਦਾ ਵੀ ਆਪਣੇ ਮੈਂ ਕੰਟਰੀ ਨੂੰ ਜਾਣਾ, ਉੱਥੇ ਜਾ ਕੇ ਆਪਣੇ ਜਿਹੜੇ ਸਾਡੇ ਰਿਸ਼ਤੇ ਆ ਖੂਨ ਦੇ ਉਹਨਾਂ ਨੂੰ ਮਿਲਣਾ, ਆਪਾਂ ਜਾਂ ਆਪਣੇ ਪਿੰਡ ਨੂੰ ਜਾਣਾ। ਤੇ ਉੱਥੇ ਜਾ ਕੇ ਉੱਥੇ ਤੁਹਾਨੂੰ ਏਅਰਪੋਰਟ 'ਤੇ ਜਿਹੜੇ ਪਾਸਪੋਰਟ ਤੁਹਾਡੇ ਲੈ ਲਏ ਜਾਂਦੇ ਆ ਤੇ ਉਹਨਾਂ ਨੂੰ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ 14 ਦਿਨ ਤੋਂ ਬਾਅਦ ਜਦੋਂ ਤੁਸੀਂ ਕਾਂਤਵਾਸ ਵਿੱਚ ਰਹਿ ਕੇ ਆਪਣੀ ਰਿਪੋਰਟ ਚੈੱਕ ਕਰਵਾ ਕੇ ਤੁਸੀਂ ਆ ਕੇ ਤਾਂ ਪਾਸਪੋਰਟ DC ਆਫਿਸ ਤੋਂ ਲੈ ਲਿਓ। ਤੇ ਉੱਥੇ ਜਦੋਂ ਤੁਸੀਂ ਉੱਥੇ ਪਾਸਪੋਰਟ ਲੈਣ 'ਚ ਪਹੁੰਚਦੇ ਆ ਉੱਥੇ ਤੁਹਾਨੂੰ ਖੱਜਲ ਖਰਾਬ ਕੀਤਾ ਜਾਂਦਾ ਤੇ ਉਹਨੂੰ ਕਿਹਾ ਜਾਂਦਾ 2-3 ਘੰਟੇ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੇ ਪਾਸਪੋਰਟ ਓਰੀਜਨਲ ਹੈ ਕਿੱਥੇ ਆ। ਉਹਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਕਿਹਾ ਜਾਂਦਾ ਵੀ ਜਿਹੜੇ ਤੁਸੀਂ ਉੱਥੇ ਰਹੇ ਆ ਤੇ ਉਹਨਾਂ ਦਾ ਜਿਹੜਾ ਖਰਚਾ ਤੁਸੀਂ ਉੱਥੇ, ਜੇ ਇਹ ਨਹੀਂ ਕਹਿੰਦੇ ਵੀ ਤੁਸੀਂ ਬਿੱਲ ਪੇ ਕਰੋ, ਉੱਥੇ ਤੁਹਾਨੂੰ ਕਿਹਾ ਜਾਂਦਾ ਵੀ ਤੁਸੀਂ ਉੱਥੇ ਜੇ ਕੁਛ ਦਾਨ ਥੋੜ੍ਹਾ ਬਹੁਤਾ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਆ। ਹਾਂ, ਜੇ ਤੁਸੀਂ ਦਾਨ ਕਰਨ ਲਈ ਰਾਜੀ ਹੋ ਜਾਂਦੇ ਆ ਤੇ ਉਹ ਤੁਹਾਨੂੰ ਠੀਕ ਹੈ, ਤੁਹਾਡੇ ਸੁਣਵਾਈ ਥੋੜ੍ਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਜੇ ਤੁਸੀਂ ਦਾਨ ਕਰਨ ਤੋਂ ਮਨਾ ਕਰ ਦਿੰਦੇ ਆ ਤੇ ਫਿਰ ਉੱਥੇ ਜਿਹੜੇ ਮਤਲਬ ਖੱਜਲ ਖੁਆਰੀ ਉੱਥੇ ਇੱਕ ਹੋਰ ਸਟੈਪ ਜਿਹੜਾ ਨਵਾਂ ਆ ਜਾਂਦਾ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਬਿਲਕੁਲ ਜੀ, ਜਿਵੇਂ NRIs ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸਰਕਾਰ ਵੱਲੋਂ, ਜਿਵੇਂ ਕਿ ਕੁਆਰੰਟਾਈਨ ਦੇ ਬਹਾਨੇ 14 ਦਿਨ ਦੀ ਹਿਰਾਸਤ ਦੇ ਵਿੱਚ ਇੱਕ ਹਿਸਾਬ ਦਾ ਰੱਖ ਕੇ ਉਹਨਾਂ ਨੂੰ ਆਪਣੇ ਪਿੰਡ ਜਾਂ ਆਪਣੇ ਜਿਹੜੇ ਗ੍ਰਹਿ ਵਿਖੇ ਜਾਣ ਦਿੱਤਾ ਜਾਂਦਾ। ਉਸ ਤੋਂ ਬਾਅਦ ਜਿਵੇਂ ਪੰਜਾਬ ਸਰਕਾਰ ਦੇ ਹੋਰ ਦਿਸ਼ਾ ਨਿਰਦੇਸ਼ ਜਾਰੀ ਹੁੰਦੇ ਨੇ ਕਿ NRI ਜਿਹੜੇ ਨੇ ਉਹ ਆਪਣੇ ਘਰਾਂ ਚੋਂ 14 ਦਿਨ ਕੁਆਰੰਟਾਈਨ ਕਰਨ ਤੋਂ ਬਾਅਦ ਵੀ ਉਹ ਆਪਣੇ ਘਰਾਂ ਚੋਂ ਕਿਸੇ ਹੋਰ ਦੂਜੀ ਜਗ੍ਹਾ ਤੇ ਨਹੀਂ ਜਾ ਸਕਦੇ। ਤੇ ਜਿਹੜਾ ਪਾਸਪੋਰਟ ਦਾ ਮਸਲਾ ਹੈ, ਉਹ ਪਾਸਪੋਰਟ ਜਿਹੜਾ ਵਾ ਜਦੋਂ ਆਪਾਂ 에ਅਰਪੋਰਟ ਤੋਂ ਕੁਆਰੰਟਾਈਨ ਵਾਸਤੇ ਜਾਂਦੇ ਆ, ਬਾਹਰ ਨਿਕਲਦੇ ਆ, ਕੁਆਰੰਟਾਈਨ ਕਰਦੇ ਨੇ। ਜਿੱਥੇ ਕਿ ਹੁਣ ਖਬਰ ਆਈ ਸੀਗੀ ਕਿ ਅਧਿਆਪਕਾਂ ਦੀ ਡਿਊਟੀ ਜਿਹੜੀ ਆ ਉਹ 에ਅਰਪੋਰਟਾਂ ਤੇ ਲਾ ਦਿੱਤੀ ਗਈ ਆ NRIs ਦੀ ਦੇਖ ਰੇਖ ਕਰਨ ਵਾਸਤੇ, ਜੋ ਕਿ ਇੱਕ ਬਹੁਤ ਹੀ ਹਾਸੋਹੀਣਾ ਫੈਸਲਾ ਹੈ। ਜਿਹੜੇ ਬੱਚਿਆਂ ਦੇ ਭਵਿੱਖ ਦੇ ਜਿਹੜਾ ਉਹਨਾਂ ਨੂੰ ਗਾਈਡਲਾਈਨ ਪ੍ਰੋਵਾਈਡ ਕਰਦੇ ਨੇ, ਜਿਹੜੇ ਸਾਡੇ ਗੁਰੂ ਹੁੰਦੇ ਨੇ, ਅਧਿਆਪਕ ਜਿਹੜੇ ਨੇ ਸਾਡੇ ਗੁਰੂ ਹੁੰਦੇ ਨੇ, ਉਹਨਾਂ ਨੂੰ ਇਸ ਤਰ੍ਹਾਂ ਖੱਜਲ ਖਵਾਰ ਪਹਿਲਾਂ ਮਾਈਨਿੰਗ ਤੇ ਲਾਈ ਗਈ ਸੀਗੀ, ਫਿਰ ਉਸ ਤੋਂ ਬਾਅਦ ਸ਼ਰਾਬ ਦੇ ਠੇਕਿਆਂ ਦੇ ਜਾਂ ਕੁਝ ਨਾਕਿਆਂ ਦੇ ਉੱਤੇ ਵੀ ਅਧਿਆਪਕਾਂ ਦੀ ਡਿਊਟੀ ਲਾਈ ਗਈ ਸੀਗੀ। ਪਰ ਹੁਣ ਜਿਹੜਾ ਇੱਕ ਹੋਰ ਹਾਸੋਹੀਣਾ ਤੇ ਵਿਵਾਦਤ ਬਿਆਨ ਦਿੱਤਾ ਗਿਆ, ਉਹ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਸਰਕਾਰ ਦੀ ਸੋਚ ਕਿਸ ਪੱਖ ਨੂੰ ਲੈ ਕੇ ਤੇ ਕਿਵੇਂ ਵਰਕ ਕਰ ਰਹੀ ਆ, ਇਹ ਇੱਕ ਬਹੁਤ ਹੀ ਵੱਡਾ ਸਵਾਲ ਹੈ ਜੀ। ਜੇ ਤਾਂ ਤੁਸੀਂ ਹੁਣ ਕਿਹਾ ਵੀ ਉਹਨਾਂ ਦੀ ਜਿਹੜੀ ਅਧਿਆਪਕਾਂ ਦੀ ਡਿਊਟੀ ਲਗਾ ਦਿੱਤੀ ਆ ਵੀ ਜਿਹੜੇ NRI ਏਅਰਪੋਰਟਾਂ ਤੋਂ ਆ ਰਹੇ ਜਾਂ ਬਾਹਰਲੀਆਂ ਸਟੇਟਾਂ ਤੋਂ ਪੰਜਾਬ ਵਿੱਚ ਆ ਰਹੇ ਆ, ਉਹਨਾਂ ਦੇ ਕੀ ਕਰਨ ਲਈ ਲਾਈ ਕਿ ਉਹਨਾਂ ਨੂੰ ਕੁਆਰੰਟਾਈਨ ਕਰਨਾ ਜਾਂ ਉਹਨਾਂ ਦੀ ਦੇਖ ਰੇਖ ਵਿੱਚ? ਬਿਲਕੁਲ ਜੀ, ਉਹਨਾਂ ਦੀ ਕੁਆਰੰਟਾਈਨ ਕਰਨ ਲਈ ਵੀ ਲਾਈ ਗਈ ਆ ਤੇ ਦੇਖ ਰੇਖ ਵਾਸਤੇ ਵੀ ਲਾਈ ਗਈ ਆ। ਜਿਵੇਂ ਕਿ ਆਪਾਂ ਗੱਲ ਕਰਦੇ ਆ, ਪੰਜਾਬ ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਸਾਡਾ ਖਜ਼ਾਨਾ ਖਾਲੀ ਹੈ। ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਉਹ ਖਜ਼ਾਨੇ ਦਾ ਜਿਹੜਾ ਸਹੀ ਵਰਤੋਂ ਜੇ ਆਪਾਂ ਕਹਿ ਦਈਏ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕਿਤੇ ਨਾ ਕਿਤੇ ਜਿਹੜੇ ਆਉਣ ਵਾਲਾ ਭਵਿੱਖ ਆ ਉਹ ਖਤਰੇ 'ਚ ਪਾ ਕੇ ਆਪਾਂ ਇਹੋ ਜਿਹੇ ਸਟੈਪ ਜਿਹੜੇ ਆ ਸਰਕਾਰ ਨੂੰ ਉਹ ਨਹੀਂ ਲੈਣੇ ਚਾਹੀਦੇ, ਕਿਉਂਕਿ ਸਕੂਲਾਂ ਦੇ ਵਿੱਚ ਆਮ ਵਰਗ ਦੇ ਜਿਹੜੇ ਬੱਚੇ ਨੇ ਜਾਂ ਗਰੀਬ ਵਰਗ ਦੇ ਬੱਚੇ ਨੇ ਉਹ ਪੜ੍ਹਦੇ ਨੇ। ਬਿਲਕੁਲ ਜੀ, ਕਿਉਂਕਿ ਇੱਥੇ ਆਪਾਂ ਜੇ ਗੱਲ ਕਰਦੇ ਆ ਅਧਿਆਪਕਾਂ ਦੀ ਡਿਊਟੀ ਲਗਾਉਣ ਦੀ, ਆਪਾਂ ਜਿੱਦਾਂ ਉਸ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦਾ ਜੋ ਹਾਲਾਤ ਨੇ ਇਸ ਟਾਈਮ ਪੰਜਾਬ ਦੇ ਵਿੱਚ, ਉਹ ਸਭ ਜਾਣੂ ਨੇ ਉਹਨਾਂ ਹਾਲਾਤਾਂ ਤੋਂ। ਕਿਉਂਕਿ ਕੋਈ ਵੀ ਜਿਹੜਾ ਆਪਣਾ ਮੰਤਰੀ ਕਹਿ ਲਈਏ ਜਾਂ ਆਪਾਂ ਕੋਈ ਅਫਸਰ ਕਹਿ ਲਈਏ ਜਾਂ ਆਮ ਵਰਗ ਦੇ ਪਰਿਵਾਰ ਜਿਹੜੇ ਆਪਾਂ ਕਹਿ ਦਿੰਨੇ ਆ, ਕੋਈ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਭੇਜ ਕੇ ਰਾਜੀ ਨਹੀਂਗਾ, ਜੋ ਕਿ ਬਹੁਤ ਚਿੰਤਾ ਵਾਲਾ ਵਿਸ਼ਾ ਹੈ। ਕਿਉਂਕਿ ਐਜੂਕੇਸ਼ਨ ਦੇ ਉੱਤੇ ਆਪਾਂ ਨੂੰ ਥੋੜਾ ਕੁ ਜਿਹੜਾ ਕਨਸੈਂਟਰੇਸ਼ਨ ਸਾਡੀ ਜ਼ਿਆਦਾ
ਮਾਤਾ ਬਣਦੀ ਹੈ। ਉਹ ਮਾਪੇ ਲੁੱਟਾਂ ਦਾ ਸ਼ਿਕਾਰ ਹੁੰਦੇ ਨੇ, ਕਿਉਂਕਿ ਸਰਕਾਰੀ ਮਿਆਦ ਖਤਮ ਕਰਨ ਦੀ ਇਹ ਵੀ ਸਰਕਾਰ ਵੱਲੋਂ ਕੋਸ਼ਿਸ਼ ਹੋ ਸਕਦੀ ਹੈ ਇੱਕ, ਕਿ ਸਰਕਾਰੀ ਸਕੂਲਾਂ ਦਾ ਜਿਹੜਾ ਉਹ ਮਿਆਦ ਹੋਰ ਨੀਵਾਂ ਕਰਕੇ ਜਿਹੜਾ ਪ੍ਰਾਈਵੇਟ ਸਕੂਲਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਪਹਿਲਾਂ ਤਾਂ ਆਪਾਂ ਇਸ ਇੱਕ ਗੱਲ ਕਰ ਸਕਦੇ ਹਾਂ ਜੀ, ਇਹਦੇ ਜਿਹੜੇ ਪਹਿਲਾਂ ਸਕੂਲ ਚਲੋ ਬੰਦ ਸੀਗੇ ਤਾਂ ਚਲੋ ਠੀਕ ਹੈ, ਮਤਲਬ ਠੀਕ ਹੈ, ਤੇ ਅਧਿਆਪਕਾਂ ਨੂੰ ਤਨਖਾਹਾਂ ਦੇਣੀਆਂ ਪੈਂਦੀਆਂ ਸਰਕਾਰ ਨੂੰ, ਚਲੋ ਠੀਕ ਹੈ, ਪਰ ਹੁਣ ਤਾਂ ਸਕੂਲ ਆਲਰੇਡੀ ਖੁੱਲ ਚੁੱਕੇ ਆ। ਤੇ ਜੇ ਦੇਖਿਆ ਜਾਵੇ ਇਹ ਤੁਹਾਨੂੰ ਨਹੀਂ ਲੱਗਦਾ ਕਿ ਇਸ ਕੋਈ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਮਿਆਰ ਕੁਛ ਜਾਂ ਸਰਕਾਰੀ ਬਿਲਕੁਲ ਇਹਨਾਂ ਨੂੰ ਠੱਪ ਕਰਨ ਦੀ ਜਾਂ ਸਰਕਾਰੀ ਸਕੂਲ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਕੋਈ ਹੋਰ ਵੀ ਇਹਨਾਂ ਦਾ ਕੋਈ ਗਿਣੀ ਮਿਤੀ ਸਾਜ਼ਿਸ਼ ਹੋ ਸਕਦੀ ਹੈ? ਬਿਲਕੁਲ ਜੀ, ਜਿਵੇਂ ਪਹਿਲੋਂ ਥੋੜੇ ਦਿਨ ਹੀ ਇਹ ਮੁੱਦਾ ਕਾਫੀ ਭਖ ਰਿਹਾ ਸੀਗਾ ਕਿ ਜੇ ਸਕੂਲ ਬੰਦ ਨੇ ਪ੍ਰਾਈਵੇਟ ਸਕੂਲਾਂ ਦਾ, ਈਵਨ ਹਾਈ ਕੋਰਟ ਤੱਕ ਵੀ ਇਹ ਮਸਲਾ ਗਿਆ ਹੈ ਕਿ ਜੇ ਸਕੂਲ ਬੰਦ ਸੀਗੇ ਤੇ ਫੀਸ ਕਿਸ ਗੱਲ ਦੀ, ਫੀਸ ਕਿਸ ਗੱਲ ਦੀ ਦਈ ਹੈ ਜੇ ਸਕੂਲ ਬੰਦ ਸੀਗੇ। ਪਰ ਇਹ ਜਿਹੜਾ 40 ਲੱਖ ਜਿਹੜਾ ਮਾਪਿਆਂ ਨੇ ਕੇਸ ਕੀਤਾ ਸੀਗਾ ਤਾਂ ਉਹਨਾਂ ਵਿੱਚ ਕੋਈ ਸੁਣਵਾਈ ਨਹੀਂ ਹੋਈ, ਮੇਰੇ ਖਿਆਲ ਉਹਨਾਂ ਨੇ ਜਿਹੜਾ ਉਹਨੂੰ ਰਿਜੈਕਟ ਕਰ ਦਿੱਤਾ ਸੀ। ਬਿਲਕੁਲ ਜੀ, ਉਹਨਾਂ ਨੂੰ ਰਿਜੈਕਟ ਕਰ ਦਿੱਤਾ ਹੈ। ਪਰ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਜਿੱਦਾਂ ਹੁਣ ਪੰਜਾਬ ਸਰਕਾਰ ਨੇ ਆਲ ਆਫ ਦਾ ਸਡਨ ਜਿਹੜੀ ਆ ਅਧਿਆਪਕਾਂ ਦੀ ਡਿਊਟੀ ਉੱਥੇ ਲਾ ਦਿੱਤੀ ਆ, ਉਹ ਅਧਿਆਪਕ ਕੁਆਰੰਟਾਈਨ ਕਰਦੇ ਨੇ। ਪਹਿਲੋਂ ਜੇ ਕੋਈ ਯਾਤਰੀ ਜਾਂਦਾ ਹੈ, ਜੇ NRI ਜਾਂਦਾ ਜਾਂ ਪੰਜਾਬ ਦੀ ਹੱਦ ਦੇ ਅੰਦਰ ਐਂਟਰ ਕਰਦਾ ਹੈ, ਉਹਨੂੰ ਕੁਆਰੰਟਾਈਨ ਕਰਦੇ ਨੇ। ਕੁਆਰੰਟਾਈਨ ਕਰਨ ਤੋਂ ਬਾਅਦ 14 ਦਿਨ ਰੱਖਣ ਤੋਂ ਬਾਅਦ ਉਹਨੂੰ ਬਾਹਰ ਭੇਜਿਆ ਜਾਂਦਾ ਹੈ ਜਾਂ ਉਹਦੇ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇੱਥੇ ਇਹ ਵੀ ਜ਼ਰੂਰ ਸੋਚਣਾ ਹੋਏਗਾ ਕਿ 14 ਦਿਨ ਉਹ ਟੀਚਰ ਵੀ ਉਸ ਵਿਅਕਤੀ ਦੇ ਨਾਲ ਰਿਹਾ ਹੈ। ਜੇ ਕਿਸੇ ਨੂੰ ਉਹ ਪੋਜ਼ਿਟਿਵ ਆਉਂਦਾ ਹੈ, ਉਹਨੇ ਕੱਲ ਨੂੰ ਜਾ ਕੇ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਹੈ। ਸੋ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਜਿਸ ਪਾਸੇ ਸਰਕਾਰ ਨੂੰ ਜ਼ਰੂਰ ਗੌਰ ਕਰਨਾ ਚਾਹੀਦਾ ਹੈ। ਸਰਕਾਰਾਂ ਇਹੋ ਜਿਹੇ ਹਾਸੋਹੀਣੇ ਬਿਆਨ ਦੇ ਕੇ ਜਾਂ ਇਹਦਾ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਇੱਕ ਮਤਲਬ ਜੇ ਜਿਸ ਇਨਸਾਨ ਨੇ ਉਹ ਕੰਮ ਕੀਤਾ ਨਾ ਹੋਵੇ, ਉਸੇ ਇੱਕਦਮ ਉਹਦੀ ਡਿਊਟੀ ਉਹਦੇ ਸਿਰ ਉੱਤੇ ਬੋਝ ਪਾ ਦੇਣਾ ਚਾਹਣਾ, ਤਾਂ ਕਿੰਨਾ ਇਹ ਸਰਕਾਰ ਇਸ ਦੇ ਸਕਸੈਸਫੁਲ ਹੁੰਦੀ ਹੈ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੋ। ਪਰ ਜਦੋਂ ਤੁਸੀਂ ਆਪਣੇ ਕਹਿੰਦੇ ਪਾਸਪੋਰਟ ਉੱਥੋਂ ਲੈਣ ਜਾਂਦੇ ਹੋ ਤਾਂ ਉੱਥੇ ਤੁਹਾਨੂੰ ਕਿਹਾ ਜਾਂਦਾ ਕਿ 2,000 ਰੁਪਇਆ ਤੁਸੀਂ ਸੰਸਥਾ ਲਈ ਜਮ੍ਹਾਂ ਕਰਵਾਓ, ਤੇ ਅਸੀਂ ਜੇ ਕੋਈ 1500 ਰੁਪਇਆ ਦਿੱਤਾ ਜਾਂਦਾ ਹੈ ਤਾਂ ਉਹਨੂੰ ਕਹਿੰਦੇ ਵੀ ਅੱਜ ਤੁਹਾਡਾ ਪਾਸਪੋਰਟ ਅਵੇਲੇਬਲ ਨਹੀਂ ਹੈ ਤਾਂ ਤੂੰ ਕੱਲ ਜਾਂ ਪਰਸੋਂ ਨੂੰ ਜਾਂ ਹੋਰ ਕਿਸੇ ਦਿਨ ਨੂੰ ਜਾਂ ਨੈਕਸਟ ਵੀਕ ਨੂੰ ਆ ਕੇ ਲੈ ਜਾਈਂ। ਖੱਜਲ ਖਰਾਬੀ ਇੰਨੀ ਕੀਤੀ ਜਾ ਰਹੀ ਆ ਕਿ ਜਿੰਨਾ ਕੋਈ ਝੂਠ ਬੋਲ ਲਵੇ। ਤੇ ਜੇ ਤੁਸੀਂ ਉਹਨਾਂ ਵਿੱਚ ਉਸੇ ਵੇਲੇ ਤੁਸੀਂ ਲੈਣਾ ਤਾਂ ਤੁਹਾਨੂੰ 500 ਰੁਪਇਆ ਹੋਰ 2000 ਮੰਗਦੇ ਆ, 500 ਰੁਪਇਆ ਹੋਰ ਦੇ ਕੇ ਤੇ ਤੁਸੀਂ ਪਾਸਪੋਰਟ ਜਿਹੜਾ ਉਸੇ ਵੱਲ ਤੁਸੀਂ ਆਪਣਾ ਕਲੈਕਟ ਉੱਥੋਂ ਕਰ ਸਕਦੇ ਹੋ। ਇਹ ਹੈ ਜੀ ਗੱਲ ਜਿਹੜੇ ਆਪਣੇ NRI ਨਾਲ ਜਿਹੜਾ ਉੱਥੇ ਹਾਲਾਤ ਐਸੇ। ਬਾਕੀ ਜਿਹੜਾ ਤੁਸੀਂ NRI ਇੱਥੋਂ ਤੁਸੀਂ ਗਏ ਨੇ ਇੱਥੋਂ ਆਪਣੇ ਸਾਰੇ ਪਾਸਿਓਂ, ਸਾਡੇ ਜੋਗਿੰਦਰ ਸਿੰਘ ਗੁੱਜਰ ਜੀ ਉਹ ਵੀ ਗਏ ਸੀਗੇ, ਉਹਨਾਂ ਨੂੰ ਉੱਥੇ ਜਿਹੜਾ ਅਰੈਸਟ ਕੀਤਾ, ਇੱਕ ਕੇਸ ਉਹਨਾਂ ਦੇ ਪਤਾ ਅੱਪਾ ਦਾ ਕੇਸ ਉਹਦੇ ਤੇ ਪਾ ਕੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਤਾਂ ਹੋਰ ਵੀ ਪਤਾ ਨਹੀਂ ਕਿੰਨਿਆਂ ਕਿ ਨੌਜਵਾਨਾਂ ਉੱਤੇ ਇਹ ਜਿਹੜੇ ਕੇਸ ਇਹੋ ਜਿਹੇ ਪਾਏ ਗਏ ਜਿਹਨੂੰ ਅਰੈਸਟ ਕੀਤਾ ਗਿਆ ਸੀਗਾ, ਜਿਹਦੇ ਉੱਤੇ UPA ਐਕਟ ਪਾ ਕੇ, ਜਿਹੜਾ ਕਿ ਇੱਕ ਬਹੁਤ ਹੀ ਸੰਗੀਨ ਇਲਜ਼ਾਮ ਆ UPA ਦਾ, ਜਿਸ ਦੇ ਵਿੱਚ ਕਿ ਆਪਾਂ 1967 ਦਾ ਇਹ ਐਕਟ ਹੈ, ਇਹਦੇ ਵਿੱਚ ਟਾਡਾ ਦਾ ਐਕਟ ਵੀ ਨਾਲ ਜੁੜਦਾ ਸੀਗਾ, ਪੋਟਾ ਦਾ ਵੀ ਜੁੜਦਾ ਸੀਗਾ। ਪੋਟਾ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਜਿਹੜਾ ਯੂਜ਼ ਹੋਇਆ ਸੀਗਾ, ਪੋਟਾ ਦਾ ਐਕਟ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਜਿਹੜਾ ਹੋਇਆ ਸੀਗਾ। ਟਾਡਾ ਦਾ ਪੰਜਾਬ ਦੇ ਵਿੱਚ ਅਸੀਂ ਭਲੀ ਭਾਂਤ ਜਾਣਦੇ ਹਾਂ, 85 ਤੋਂ 95 ਦੇ ਦੌਰਾਨ ਇਹ ਕਾਫੀ ਜਿਹੜਾ ਸੀਗਾ ਡਿਟੇਨਟੇਸ਼ਨ ਸੈਂਟਰਸ ਦੇ, ਇਸ ਦੇ ਵਿੱਚ 6 ਮਹੀਨੇ ਤੱਕ ਮੀਨਸ ਕਿ 100 ਟੋਟਲ ਆਪਾਂ ਗੱਲ ਕਰਦੇ ਹਾਂ 180 ਦਿਨਾਂ ਤੱਕ ਕੋਈ ਤੁਸੀਂ ਚਾਰਜ ਸ਼ੀਟ ਫਾਈਲ ਨਹੀਂ ਕਰ ਸਕਦੇ, ਜੋ ਕਿ ਕੋਈ ਸੁਣਵਾਈ ਨਹੀਂ, ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ ਗੀ 180 ਦਿਨਾਂ ਤੱਕ, ਮਤਲਬ ਪੁਲਿਸ ਜੋ ਮਰਜ਼ੀ ਕਰ ਸਕਦੀ। ਬਿਲਕੁਲ ਜੀ, ਬਿਲਕੁਲ। ਇਹਦੇ ਵਿੱਚ ਆਪਾਂ ਇੱਕ ਗੱਲ ਜ਼ਰੂਰ UPA ਦੀ ਮੈਂਸ਼ਨ ਕਰਨਾ ਚਾਹਾਂਗੇ ਕਿ ਬਾਦਲ ਸਾਹਿਬ ਦੀ ਸਰਕਾਰ ਜਿਹੜੀ ਸੀਗੀ ਉਹਨਾਂ 10 ਸਾਲਾਂ ਦੇ ਵਿੱਚ 47 ਕੇਸ ਜਿਹੜੇ ਸੀਗੇ ਉਹ ਰਜਿਸਟਰਡ ਕੀਤੇ ਸੀਗੇ। ਪਰ ਜਿਹੜੇ ਕੈਪਟਨ ਸਾਹਿਬ ਨੇ ਉਹਨਾਂ ਨੇ ਬਾਦਲ ਸਾਹਿਬ ਦਾ ਰਿਕਾਰਡ ਇੱਕ ਕੰਮ ਤੇ ਜ਼ਰੂਰ ਤੋੜ ਦਿੱਤਾ ਹੈ। ਉਹਨਾਂ 3 ਸਾਲਾਂ ਦੇ ਵਿੱਚ ਟੋਟਲ 48 ਮਸਲੇ ਜਿਹੜੇ ਨੇ ਉਹ ਐਡ ਆਨ ਕੀਤੇ ਨੇ ਇਸ ਧਾਰਾ ਦੇ ਐਕਟ, ਜਿਹੜੇ ਕਿ ਬਹੁਤ ਹੀ ਦੁਖਦਾਈ ਆਪਾਂ ਗੱਲ ਕਰ ਸਕਦੇ ਹਾਂ ਕਿ ਦੁਖਦਾਈ ਮਸਲੇ ਨੇ, ਜਾਂ ਮਤਲਬ ਨੌਜਵਾਨਾਂ ਦੇ ਉੱਤੇ ਜਿਹੜੇ ਝੂਠੇ ਪਰਚੇ ਪਾ ਕੇ ਫਸਾਉਣਾ, ਇਹ ਤਸ਼ੱਦਦ ਦੀ ਨਿਸ਼ਾਨੀ ਹੈ ਇੱਕ। ਇਸੇ ਸੰਬੰਧ ਵਿੱਚ ਸਾਡੇ ਨਾਲ ਕਾਲ ਤੇ ਜੁੜੇ ਨੇ ਡਾਕਟਰ ਧਰਮਵੀਰ ਗਾਂਧੀ, ਮੌਜੂਦਾ ਮੈਂਬਰ ਪਾਰਲੀਮੈਂਟ। ਕਰਦੇ ਹਾਂ ਉਹਨਾਂ ਨਾਲ ਗੱਲਬਾਤ ਜੀ, ਉਹਨਾਂ ਕੋਲੋਂ ਸੁਣਦੇ ਹਾਂ ਇਸ ਕਾਨੂੰਨ ਦੇ ਬਾਰੇ ਵਿੱਚ ਕੀ ਇਸ ਕਾਨੂੰਨ ਦੇ ਦਾਇਰੇ ਅੰਦਰ ਇੱਕ ਲੋਕਾਂ ਨਾਲ ਕਿੱਦਾਂ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਆ। ਹੈਲੋ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਵਿੱਚ। ਡਾਕਟਰ ਸਾਹਿਬ KTV ਤੇ ਤੁਹਾਡਾ ਬਹੁਤ-ਬਹੁਤ ਡਾਕਟਰ ਸਾਹਿਬ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਅਸੀਂ ਤੁਹਾਨੂੰ ਇੱਕ ਹੁਣ ਜਿਹੜਾ ਇੱਕ ਯੂਆਪਾ ਦੇ ਨਾਂ ਦਾ ਇੱਕ ਜਿਹੜਾ ਕਾਨੂੰਨ ਦੇ ਐਕਟ ਅੰਦਰ ਜਿਹੜਾ ਨੌਜਵਾਨਾਂ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਤੇ ਪੰਜਾਬ ਸਰਕਾਰ ਅਣਮਨੁੱਖੀ ਤਸ਼ੱਦਦ, ਉਹਦੇ ਬਾਰੇ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਜ਼ਰੂਰ ਇੱਕ ਦੱਸੋ ਵੀ ਇਹ ਕੀ ਕਾਨੂੰਨ ਹੈ ਤੇ ਕੀ ਇਹਦੇ ਅੰਦਰ ਕੀ ਜਿਹੜਾ ਨੌਜਵਾਨਾਂ ਨਾਲ ਹੋ ਰਿਹਾ ਹੈ ਸਿਰ ਪੰਜਾਬ ਵਿੱਚ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਸਰਕਾਰਾਂ ਜਿਹੜੇ ਜ਼ਾਲਮ ਕਾਨੂੰਨ ਹੈ
ਕਾਨੂੰਨ ਹੈ ਬਣਾਉਣੀਆਂ ਕਿਉਂ ਨੇ। ਜਦੋਂ ਵੀ ਸਰਕਾਰਾਂ ਜਿਹੜੀਆਂ ਉਹਨਾਂ ਦੀਆਂ ਲੋਕ ਦੁਸ਼ਮਣ ਨੀਤੀਆਂ ਜਿਹੜੀਆਂ ਹੈਗੀਆਂ ਹੈ ਉਹਨਾਂ ਕਰਕੇ ਸਰਕਾਰਾਂ ਲੋਕਾਂ 'ਚ ਮਕਬੂਲ ਨਹੀਂ ਰਹਿੰਦੀਆਂ ਹੈਗੀਆਂ, ਜਦ ਲੋਕੀ ਵਿਰੋਧ ਕਰਨਾ ਸ਼ੁਰੂ ਕਰਦੇ ਹੈ ਤੇ ਤਾਂ ਉਸ ਵੇਲੇ ਸਰਕਾਰਾਂ ਨੂੰ ਲੋੜ ਪੈਂਦੀ ਹੈ ਵੱਧ ਤੋਂ ਵੱਧ ਸਖਤ ਕਾਨੂੰਨ ਬਣਾਉਣ ਦੀ, ਤਾਂ ਕਿ ਲੋਕਾਂ ਦੇ ਜਿਹੜੇ ਵਿਦਰੋਹ ਦੀ ਆਵਾਜ਼ ਹੈ ਉਹਨੂੰ ਦਬਾਇਆ ਜਾ ਸਕੇ। ਤੇ ਹਿੰਦੁਸਤਾਨੀ ਦੁਨੀਆ ਭਰ ਦਾ ਇਤਿਹਾਸ ਇਹਨਾਂ ਜਿੱਥੇ ਵੀ ਜਾਬਰ ਸਰਕਾਰ ਆਈਆਂ ਨੇ, ਲੋਕਾਂ ਦੇ ਦੁਸ਼ਮਣ ਸਰਕਾਰ ਆਈਆਂ ਨੇ, ਜਿਹੜੀਆਂ ਲੋਕਾਂ ਦੀਆਂ ਇੱਛਾਵਾਂ ਆਕਾਂਖਸ਼ਾਵਾਂ ਤੇ ਖਰੀਆਂ ਨਹੀਂ ਉਤਰਦੀਆਂ ਤੇ ਜਿਉਂ-ਜਿਉਂ ਸਰਕਾਰਾਂ ਡਿਸਕ੍ਰੈਡਿਟ ਹੁੰਦੀਆਂ ਨੇ, ਲੋਕਾਂ ਦੇ ਮਨੋਂ ਲੱਭਦੀਆਂ ਨੇ, ਜਾਂ ਉਹ ਮਤਲਬ ਉਹਨਾਂ ਦੀ ਜਿਹੜੀ ਲੈਜੀਟੀਮੇਸੀ ਹੈ, ਉਹਨਾਂ ਦਾ ਕਾਨੂੰਨੀ ਰੂਪ ਰਾਜ ਕਰਨ ਦਾ ਹੱਕ ਹੈ, ਉਹ ਆਪਣਾ ਗੁਆਉਣ ਲੱਗਦੀਆਂ ਹੈਗੀਆਂ। ਤਾਂ ਅਜਿਹਾ ਮੌਕੇ ਤੇ ਸਰਕਾਰਾਂ ਹਮੇਸ਼ਾ ਹੀ, ਚਾਹੇ ਉੱਥੇ ਹਿੰਦੁਸਤਾਨ ਦੀ ਐਗਜ਼ਾਮਪਲ ਲੈਣੀ ਹੋਵੇ, ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ 50-55 ਸਾਲ, ਚਾਹੇ ਭਾਜਪਾ ਦੀ ਸਰਕਾਰ ਰਹੀ ਹੋਵੇ, ਉਹ ਸਦਾ ਇਹਨਾਂ ਕਾਨੂੰਨਾਂ ਦਾ ਸਹਾਰਾ ਲੈਂਦੇ ਤਾਂ ਕਿ ਲੋਕਾਂ ਨੂੰ ਦਬਾਇਆ ਜਾ ਸਕੇ। ਉਹਨਾਂ ਦੀਆਂ ਹੱਕੀ ਮੰਗਾਂ, ਜਿਵੇਂ ਮਿਸਾਲ ਦੇ ਤੌਰ ਤੇ ਪੰਜਾਬ ਦੀਆਂ ਪਾਣੀਆਂ ਦੀ ਮੰਗ ਹੈ, ਪੰਜਾਬੀ ਭਾਸ਼ਾ ਦੀ ਮਤਲਬ ਉਹਦੇ ਰੁਤਬੇ ਦੀ ਮੰਗ ਹੈਗੀ ਹੈ, ਚੰਡੀਗੜ੍ਹ ਸਾਡੀ ਰਾਜਧਾਨੀ ਦੀ ਮੰਗ ਹੈ, ਸਾਡੇ ਪਣ ਬਿਜਲੀ ਪ੍ਰੋਜੈਕਟਾਂ ਦੀ ਮੰਗ ਹੈ, ਭਾਖੜਾ ਨੰਗਲ ਤੇ ਬਿਆਸ ਮੈਨੇਜਮੈਂਟ ਬੋਰਡ ਦੀ ਜਿਹੜਾ ਸੈਂਟਰ ਖੋਹ ਕੇ ਲੈ ਗਿਆ ਹੈਗਾ, ਤੇ ਹੋਰ ਪੰਜਾਬ ਦੀਆਂ ਬਹੁਤ ਸਾਰੀਆਂ, ਪੰਜਾਬ ਦੀ ਖੁਦ ਮੁਖਤਿਆਰੀ ਦੀ ਮੰਗ ਹੈ। ਅਸੀਂ ਕਹਿੰਦੇ ਕਿ ਅਸੀਂ ਪੰਜਾਬ ਆਪਣਾ ਚਲਾ ਸਕਦੇ ਹਾਂ, ਸਾਨੂੰ ਪੰਜਾਬ ਦਿਓ, ਸਾਨੂੰ ਖੁਦ ਮੁਖਤਿਆਰੀ ਦਿਓ ਪੰਜਾਬ ਨੂੰ। ਜਦੋਂ ਤੱਕ ਵੀ, ਚਾਹੇ ਉਹ ਨਾਰਥ ਈਸਟ ਹੈ, ਚਾਹੇ ਉਹ ਪੰਜਾਬ ਹੈ, ਚਾਹੇ ਉਹ ਜੰਮੂ ਕਸ਼ਮੀਰ ਹੈ, ਚਾਹੇ ਉਹ ਦੱਖਣ ਦੇ ਰਾਜ ਹੈ, ਜਿੱਥੇ ਵੀ ਮਤਲਬ ਕੌਮੀ ਜਿਹੜੀਆਂ ਵਿਲੱਖਣਤਾਵਾਂ ਹੈਗੀਆਂ, ਨਸਲੀ ਵਿਲੱਖਣਤਾਵਾਂ ਹੈਗੀਆਂ, ਧਾਰਮਿਕ ਵਿਲੱਖਣਤਾਵਾਂ ਹੈਗੀਆਂ, ਜਾਂ ਉਹ ਇਲਾਕਾਈ ਵਿਲੱਖਣਤਾਵਾਂ ਹੈਗੀਆਂ, ਜਾਂ ਮਤਲਬ ਹੋਰ ਅਲੱਗ-ਅਲੱਗ ਜੋ ਰੰਗ ਨੇ ਹਿੰਦੁਸਤਾਨੀ ਸਮਾਜ ਦੇ, ਹਿੰਦੁਸਤਾਨੀ ਜਿਹੜਾ ਸਮਾਜ ਹੈਗਾ, ਉਹ ਜਦੋਂ ਵੀ ਆਪਣੇ ਹੱਕਾਂ ਵਾਸਤੇ ਆਵਾਜ਼ ਬੁਲੰਦ ਕਰਦੇ ਤਾਂ ਉਹਨਾਂ ਨੂੰ ਦਬਾਉਣ ਕੁਚਲਣ ਵਾਸਤੇ ਉਹ ਸਰਕਾਰਾਂ ਇਹਦਾ ਸਹਾਰਾ ਲੈਂਦੀਆਂ ਨੇ। ਇਸ ਤੋਂ ਪਹਿਲਾਂ ਬਹੁਤ ਸਾਰੇ ਕਾਨੂੰਨ, ਬਹੁਤ ਡਿਫੈਂਸ ਆਫ ਇੰਡੀਆ ਰੂਲ ਆਇਆ, ਮੀਸਾ ਆਇਆ, ਫਿਰ ਪੋਟਾ ਆਇਆ, ਫਿਰ ਇਹ ਉਸ ਤੋਂ ਬਾਅਦ ਹੋਰ ਆਇਆ ਕਿ ਜਿਹੜਾ ਕਾਨੂੰਨ ਸੀਗਾ ਜਿਹਨੂੰ ਕਹਿੰਦੇ ਸੀਗੇ ਕਿ ਟਾਡਾ ਆਇਆ, ਪੋਟਾ ਆਇਆ, ਫਿਰ ਪੋਟਾ ਤੋਂ ਬਾਅਦ ਇਹ UAPA ਆਇਆ, ਜਿਹੜਾ ਕਿ ਹੁਣ ਨਹੀਂ ਆਇਆ, ਇਹਨੂੰ ਹੁਣ ਤਾਂ ਸਖਤ ਇਹ ਦੰਦ ਹੋਰ ਤਿੱਖੇ ਕੀਤੇ ਗਏ, ਦੰਦ ਇਹ ਤਿੱਖੇ ਕੀਤੇ ਗਏ ਕਿ ਇਹਦੀਆਂ ਧਾਰਾਵਾਂ ਸਖਤ ਕਰ ਦਿੱਤੀਆਂ ਗਈਆਂ। ਸਭ ਤੋਂ ਖਤਰਨਾਕ ਜਿਹੜੀ ਧਾਰਾ ਹੈਗੀ ਉਹ ਹੈਗੀ ਹੈ ਕਿ ਹੁਣ ਕਿਸੇ ਵੀ ਅਨਲਾਫੁਲ ਐਕਟੀਵਿਟੀ ਵਾਸਤੇ ਤੇ ਗੈਰ ਕਾਨੂੰਨੀ ਗਰਦਾਨਣ ਵਾਸਤੇ ਤੁਹਾਨੂੰ ਜਥੇਬੰਦੀ ਦਾ ਮੈਂਬਰ ਹੋਣ ਦੀ ਲੋੜ ਨਹੀਂ, ਸਾਬਤ ਕਰਨ ਦੀ ਲੋੜ ਨਹੀਂ ਸਰਕਾਰ ਨੂੰ ਕਿ ਇਹ ਫਲਾਨੀ ਜਥੇਬੰਦੀ ਦਾ ਮੈਂਬਰ ਹੈਗਾ। ਹੁਣ ਉਹ ਬੰਦੇ ਦੇ ਵਿਚਾਰਾਂ ਕਰਕੇ, ਉਹਦੀ ਕਿਸੇ ਲਿਖਤ ਕਰਕੇ, ਉਹਦੇ ਕਿਸੇ ਪੋਸਟ ਨੂੰ ਲਾਈਕ ਕਰਨ ਕਰਕੇ, ਜਾਂ ਉਹਦੇ ਵਿਚਾਰਾਂ ਦੀ ਜੋ ਪ੍ਰਵਾਹ ਹੈਗਾ ਸੋਚਣ ਦਾ, ਉਹਦੇ ਕਰਕੇ ਵੀ ਉਹਨੂੰ ਅੱਤਵਾਦੀ ਜਾਂ ਮਤਲਬ ਉਹਨੂੰ ਦੇਸ਼ ਦਾ ਵੱਖਵਾਦੀ ਜਾਂ ਉਹਨੂੰ ਜਿਹੜਾ ਦੇਸ਼ ਦਾ ਦੁਸ਼ਮਣ ਗਰਦਾਨਿਆ ਜਾ ਸਕਦਾ। ਇਹ ਬਹੁਤ ਹੀ ਖਤਰਨਾਕ ਮਤਲਬ ਕਲੌਜ਼ ਪਾਈ ਹੈ। ਇੱਥੇ ਦੰਦ ਤਿੱਖੇ ਕੀਤੇ ਹੈਗੇ ਆ, 6 ਮਹੀਨੇ ਜ਼ਮਾਨਤ ਨਹੀਂ ਸਕਦੀ ਹੈਗੀ ਹੈ, ਕੋਈ ਦਲੀਲ ਨਹੀਂ ਹੈਗੀ ਹੈ। ਹੁਣ ਜਿਹੜਾ ਓਨਸ ਆਫ ਪ੍ਰੂਵਿੰਗ ਇਨੋਸੈਂਟ ਕਿ ਹਾਂ ਮੇਰਾ ਕਸੂਰ ਨਹੀਂ, ਮੈਂ ਬੇਕਸੂਰ ਹੈਗਾ, ਜੋ ਸਰਕਾਰ ਕਹਿ ਰਹੀ ਹੈ ਉਹ ਗਲਤ ਹੈਗਾ, ਉਹ ਹੁਣ ਸਰਕਾਰ ਕਿੰਨੀ ਕੁ ਪ੍ਰੂਵ ਕਰੇ ਕਿ ਬੰਦੇ ਨਾਲ ਗਲਤੀ ਕੀਤੀ। ਹੁਣ ਜਿਹੜਾ ਵਿਕਟਮ ਹੈਗਾ, ਜਿਹੜਾ ਜਿਹਨੂੰ ਮੁਜਰਮ ਬਣਾ ਦਿੱਤਾ ਗਿਆ, ਹੁਣ ਉਹਦੀ ਜ਼ਿੰਮੇਵਾਰੀ ਹੈ ਕਿ ਸਾਬਤ ਕਰੇ ਕਿ ਮੈਂ ਗੁਨਾਹਗਾਰ ਨਹੀਂ ਹੈਗਾ। ਸੋ ਇਹ ਹੁਣ ਵੱਡਾ ਲੰਮਾ ਚੌੜੀ ਪ੍ਰਕਿਰਿਆ 'ਚ ਪੈ ਕੇ ਜਿਹਦੇ ਘਰ ਵੀ ਪੱਟੇ ਜਾਂਦੇ ਹੈਗੇ ਆ, ਸਮਾਂ ਵੀ ਸਾਲ ਲੱਗ ਜਾਂਦੇ ਹੈਗੇ ਆ, ਤੇ ਨੌਜਵਾਨਾਂ ਨੂੰ ਪੰਜਾਬ ਵਿੱਚ ਜੋ ਅੰਦਰ ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ UAPA ਕਹਿੰਦੇ ਹੈਗੇ ਆ, ਉਹਦੇ ਅਧੀਨ ਜੋ ਫੜੇ ਜਾ ਰਹੇ ਹੈਗੇ, ਬਿਲਕੁਲ ਨੱਕੇ ਫੜੇ ਜਾ ਰਹੇ ਆ। ਮੈਂ ਤੇ ਖਹਿਰਾ ਸਾਹਿਬ ਨੇ ਤੇ ਕੁਝ MLA ਸਾਹਿਬਾਨ ਨੇ ਪੰਜਾਬ ਦੇ ਨੇ, ਅਸੀਂ ਦੋ ਥਾਵਾਂ ਤੇ ਅਸੀਂ ਗਏ ਹੈਗੇ ਆ। ਇੱਕ ਸੇਰਾ ਪਿੰਡ ਹੈ ਇੱਥੇ, ਤੇ ਇੱਕ ਸ਼ਾਦੀਪੁਰ ਪਿੰਡ, ਸੇਰਾ ਪਿੰਡ ਹੈ ਰਾਜਪੁਰੇ ਕੋਲ, ਇੱਕ ਸ਼ਾਦੀਪੁਰ ਪਿੰਡ ਹੈਗਾ ਹਰਿਆਣੇ ਕੈਥਲ ਦਾ, ਸਮਾਨ ਦੇ ਨੇੜੇ ਪੈਂਦਾ ਹੈਗਾ। ਤੇ ਅਸੀਂ ਉੱਥੇ ਪਿੰਡ ਦੀ ਕਚਹਿਰੀ ਤੇ ਪਿੰਡ ਦੀ ਸੱਥ ਵਿੱਚ, ਪਿੰਡ ਦੀ ਪੰਚਾਇਤ ਤੋਂ, ਉਹਦੇ ਘਰ ਦੇ ਮੈਂਬਰਾਂ ਤੋਂ, ਸਮੁੱਚੇ ਪਿੰਡ ਦੇ ਘਰ ਪਤਾ ਕੀਤਾ ਕਿ ਨੌਜਵਾਨਾਂ ਦਾ ਕੋਈ ਪੁਰਾਣਾ ਰਿਕਾਰਡ ਹੈ, ਕੋਈ ਲੜਾਈ ਝਗੜੇ ਵਾਲੇ ਹੈਗੇ ਆ ਉੱਥੇ, ਜਾਂ ਇਹਨਾਂ ਨੇ ਕੋਈ ਇੱਦਾਂ ਦਾ ਕੰਮ ਕੀਤਾ ਜਿਹੜਾ ਸਰਕਾਰ ਦੀ ਨਿਗਾਹ 'ਚ ਮਾੜਾ ਹੋਵੇ। ਲੋਕਾਂ ਦਾ ਕਹਿਣਾ ਸੀ ਕਿ ਕਮਾਊ ਬੰਦੇ ਨੇ, ਮਿਹਨਤ ਕਰਦੇ ਨੇ, ਇੱਕ ਤਾਂ ਜਾਂਦਾ ਕਮੈਨਾ ਲੈ ਕੇ ਤੇ ਬਾਅਦ 'ਚ ਉਹ ਲੈਂਟਰ ਬਣਦਾ ਹੈਗਾ, ਨਾਲੇ ਉਹ ਮਨਰੇਗਾ ਦੀ ਦਿਹਾੜੀ ਕਰਦਾ ਜਦੋਂ ਟਾਈਮ ਲੱਗਦਾ ਹੈਗਾ। ਦੂਜਾ ਜਿਹੜਾ ਕੈਸਟਰਾ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੀ, ਜੇ ਉਹਦੇ ਘਰ ਦੇਖੋ 3-3 ਮਹੱਲੇ ਦੇ ਘਰ, 8-8 ਜੀਆਂ ਵਰਗੇ ਘਰ ਨੇ, ਨਰਕੀ ਮਤਲਬ ਘਰ ਨੇ, ਨਰਕਾਂ ਵਰਗੇ ਘਰ ਨੇ, ਜਿੱਥੇ ਮਤਲਬ ਸਰਕਾਰ ਜਿੱਤੀ ਤੋਂ ਭਾਰਤੀ ਸਰਕਾਰ ਨੂੰ, ਭਾਰਤ ਦੇ ਗੋਲ ਗੁੰਬਦ ਨੂੰ, ਪਾਰਲੀਮੈਂਟ ਨੂੰ ਖਤਰਾ ਹੈਗਾ, ਦੇਸ਼ ਦੀ ਏਕਤਾ ਖਤਰਾ। ਮਤਲਬ ਇੰਨੀ ਹਾਸੋਹੀਣੀ ਗੱਲ ਹੈ, ਇੰਨੀ ਮਤਲਬ ਇੱਕ ਮਜ਼ਾਕ ਹੈ ਇਹ, ਮਤਲਬ ਕਾਨੂੰਨ ਦਾ ਤੇ ਕਾਨੂੰਨ ਦੇ ਰਾਜ ਦਾ, ਜਿਸਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈਗੀ ਆ। ਅਸਲ 'ਚ 2020 ਦੇ ਨਾਂ ਤੇ ਜਿਵੇਂ ਹਿੰਦੁਸਤਾਨ ਦੀ ਗੱਲ ਕਰਨੀ ਹੋਵੇ ਤਾਂ ਜਿੰਨੇ ਵੀ ਜਿਹੜੇ ਬੜੇ ਪ੍ਰਮੁੱਖ ਕਾਰਕੁਨ ਨੇ ਦਲਿਤ ਹੱਕਾਂ ਦੇ ਜਾਂ ਮਤਲਬ ਟਰਾਈਬਲ ਹੱਕਾਂ ਦੇ, ਜਿਹੜੇ ਵੀ, ਚਾਹੇ ਉਹਨਾਂ 'ਚ ਤੇਲ ਤੁੰਬੜੇ ਸਾਹਿਬ ਹੋਣ ਜਿਹੜੇ ਕਿ ਬਾਬਾ ਭੀਮ ਰਾਓ ਅੰਬੇਦਕਰ ਦੇ ਪੋਤਾ ਜੀ ਨੇ, ਚਾਹੇ ਉਹਨਾਂ 'ਚ ਗੌਤਮ ਨਵਲੱਖਾ ਜੀ ਹੋਣ,
ਚਾਹੇ ਉਹਨਾਂ 'ਚ ਸੂਰਾ ਜ਼ਰਗਰ ਹੋਵੇ, ਚਾਹੇ ਉਹ ਖਾਲਿਦ ਹੋਵੇ, ਉਮਰ ਖਾਲਿਦ ਹੋਵੇ JNU ਤੋਂ, ਚਾਹੇ ਉਹ ਮਤਲਬ ਅਖਿਲ ਗੋਈ ਹੋਵੇ ਅਸਾਮ ਤੋਂ, ਜਿਹੜਾ ਕਿ RT ਐਕਟਿਵਿਸਟ ਹੈਗੇ ਆ, ਜਿੰਨੇ ਵੀ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਜਾਂ ਜਮਹੂਰੀ ਹੱਕਾਂ ਦੀ ਗੱਲ ਕਰਨ ਵਾਲੇ, ਲੋਕਾਂ ਦੇ ਦਰਦ ਦੀ ਗੱਲ ਕਰਨ ਵਾਲੇ ਲੋਕ ਹੈਗੇ ਆ, ਉਹਨਾਂ ਦੇ ਉੱਤੇ ਇੱਕ ਕਾਨੂੰਨ ਜ਼ਿਆਦਾ ਲਾਇਆ ਗਿਆ ਹੈਗਾ ਹੈ। ਔਰ ਹਿੰਦੁਸਤਾਨ 'ਚ ਵੀ ਬੜੀਆਂ ਪ੍ਰਮੁੱਖ ਸ਼ਖਸੀਅਤਾਂ ਇਸ ਕਾਨੂੰਨ ਦੇ ਜਦ ਵਿੱਚ ਆ ਚੁੱਕੀਆਂ ਨੇ। ਔਰ ਪੰਜਾਬ ਵਿੱਚ ਹੁਣੇ 16 ਕੇਸ ਮਤਲਬ ਬਿਲਕੁਲ ਨਾਕੇ ਨੌਜਵਾਨਾਂ ਦੇ ਹੋਏ। ਔਰ ਬੜੀ ਇੰਟਰਸਟਿੰਗ ਗੱਲ ਹੈ ਕਿ ਅੱਜ ਤੀਜੇ ਕੇਸ ਦੀ ਤਹਿਕੀਕਤ ਕਰ ਰਹੇ, ਮੈਂ ਜਾ ਨਹੀਂ ਸਕਿਆ, ਸਿਹਤ ਮੇਰੀ ਠੀਕ ਨਹੀਂ ਸੀਗੀ, ਤੇ ਅੱਜ ਮਤਲਬ ਤਿੰਨੇ ਜਿਹੜੇ ਜਿੱਥੇ ਅੱਜ ਤਰ੍ਹਾਂ ਗਏ ਹੈਗੇ ਉਹ ਤਿੰਨੇ ਦਲਿਤ ਪਰਿਵਾਰ ਨੇ, ਔਰ ਦਲਿਤ ਅੱਤ ਗਰੀਬ ਦੇ ਦਲਿਤ ਪਰਿਵਾਰ ਨੇ। ਗੁਜ਼ਾਰਾ ਹੀ ਮੁਸ਼ਕਿਲ ਹੈਗਾ, ਇੰਨਾ ਮਤਲਬ ਮਾੜਾ ਹਾਲ ਹੈਗਾ। ਉਹਨਾਂ ਨੂੰ ਫਸਾਇਆ ਜਾ ਰਿਹਾ ਤਾਂ ਕਿ ਲੋਕੀ ਕਾਨੂੰਨੀ ਜਿਹੜੀ ਚਾਰਾਜੋਈ ਉਹ ਵੀ ਨਾ ਕਰ ਸਕਣ ਤੇ ਬਹੁਤਾ ਚਰਚਾ ਵੀ ਨਾ ਬਣੇ ਕਿ ਵੀ ਫਲਾਨਾ ਵੱਡਾ ਲੀਡਰ ਫੜ ਲਿਆ, ਫਲਾਨਾ ਫੜ ਲਿਆ, ਤਾਂ ਕਿ ਇਹ ਜਿਹੜੀ ਸਿਆਸੀ ਕੀਮਤ ਤਾਰਨੀ ਹੁੰਦੀ ਮੌਕੇ ਦੀਆਂ ਸਰਕਾਰਾਂ ਨੇ ਉਹ ਵੀ ਨਹੀਂ ਤਾਰੀ, ਉਹ ਵੀ ਤਾਰਨ ਦੀ ਲੋੜ ਨਹੀਂ ਹੈਗੀ। ਜੀ ਡਾਕਟਰ ਸਾਹਿਬ, ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹੈ ਕਿ ਇਹ ਜਿਹੜਾ 2020 ਦੇ ਨਾਂ ਤੇ ਜਿਹੜਾ ਇੱਕ ਜਿਹਦਾ ਕਿ ਪੰਜਾਬ 'ਚ ਕੋਈ ਜਿਸ ਦੇ ਨਾਂ ਤੇ ਹਲਚਲ ਨਹੀਂ ਹੈ, ਕੋਈ ਮਤਲਬ ਕੋਈ ਲਹਿਰ ਨਹੀਂ ਦਿਖਾਈ ਦੇ ਰਹੀ ਹੈਗੀ। ਸਾਰੇ ਅਸੀਂ ਪਿੰਡਾਂ 'ਚ ਰਹਿੰਦੇ ਹਾਂ, ਸ਼ਹਿਰਾਂ 'ਚ ਰਹਿੰਦੇ ਹਾਂ, ਸਮਾਜ ਵਿਚਰਦੇ ਆ, ਜਿਹਦਾ ਕੋਈ ਮਤਲਬ ਕੋਈ ਖਤਰਾ ਕੋਈ ਪੰਜਾਬ 'ਚ ਹੈ ਨਹੀਂ ਹੈਗਾ ਹੈ ਭਾਰਤ ਸਰਕਾਰ ਨੂੰ ਜਾਂ ਪੰਜਾਬ ਦੀ ਸਰਕਾਰ ਨੂੰ। ਉਹਦੀ ਆੜ ਹੇਠ ਜਿਹੜੀ ਫੜੋ ਫੜਾਈ ਜਾਰੀ ਕੀਤੀ ਗਈ ਹੈ, ਇੱਕੋ ਇੱਕ ਮਕਸਦ ਹੈ ਕਿ ਪੰਜਾਬ ਵਿੱਚ ਜਿਹਨੇ ਪਹਿਲਾਂ ਬਹੁਤ ਸੰਤਾਪ ਘਟਾਇਆ ਹੈਗਾ, ਹਜ਼ਾਰਾਂ ਲੋਕਾਂ ਦਾ ਘਾਣ ਕੀਤਾ ਹੈਗਾ, ਹਜ਼ਾਰਾਂ ਲੋਕਾਂ ਨੂੰ ਇਹਨਾਂ ਨੇ ਸੈਂਟਰ ਨੇ ਆਪਣੀ ਸਾਜ਼ਿਸ਼ਾਂ ਰਾਹੀਂ ਇੱਥੇ ਖਾੜਕੂਵਾਦ ਪੈਦਾ ਕੀਤਾ, ਫਿਰ ਵਾਰ ਅਗੇਂਸਟ ਟੈਰਰ, ਫਿਰ ਖਾੜਕੂਵਾਦ ਦੇ ਖਿਲਾਫ ਜੰਗ ਛੇੜ ਕੇ ਸਾਰੇ ਪੰਜਾਬ 'ਚ ਮਤਲਬ ਕਤਲ-ਗਾਰਤ ਮਚਾਈ ਹੈਗੀ ਹੈ। ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹੈਗਾ ਹੈ, ਦਿੱਲੀ ਦੰਗੇ ਹੋਏ ਨੇ, ਇੱਕ ਬੜੀ ਲੰਬੀ ਚੌੜੀ ਦਾਸਤਾਨ ਹੈ ਪੰਜਾਬ ਦੇ ਲੋਕਾਂ ਦਰਦਾਂ ਦੀ। ਉਹ ਨਰੇਟਿਵ ਜਿਹੜਾ ਹੈਗਾ ਹੈ, ਜਿਹਦਾ ਔਰ ਜਿਹੜਾ ਨਰੇਟਿਵ ਰਚਣ ਤੋਂ ਬਾਅਦ ਜਿਹੜਾ 78 ਤੋਂ ਲੈ ਕੇ 95 ਤੱਕ ਚੱਲਿਆ ਹੈਗਾ, ਉਹਦੇ ਦੌਰਾਨ ਰਾਜੀਵ ਗਾਂਧੀ ਪਹਿਲੀ ਵਾਰ ਕਾਂਗਰਸ ਸਰਕਾਰ 405 ਪਾਰਲੀਮੈਂਟ ਸੀਟਾਂ ਲੈ ਕੇ ਆਉਂਦੀ ਹੈ। ਕਿਉਂ? ਪੰਜਾਬ ਨੂੰ ਡੈਮੋਨਾਈਜ਼ ਕਰਕੇ, ਸਿੱਖਾਂ ਨੂੰ ਰਾਖਸ਼ ਬਣਾ ਕੇ ਪੇਸ਼ ਕਰਕੇ, ਔਰ ਸਿੱਖਾਂ ਨੂੰ ਦੇਸ਼ ਨੂੰ ਤੋੜਨ ਦੇ ਮਤਲਬ ਵਾਲੇ ਦੱਸ ਕੇ, ਤੇ ਕਾਂਗਰਸ ਨੂੰ ਦੇਸ਼ ਦੀ ਏਕਤਾ ਅਖੰਡਤਾ ਰਾਖੀ ਕਰਨ ਵਾਲੀ ਦੱਸ ਕੇ ਕਾਂਗਰਸ 405 ਸੀਟਾਂ ਲੈ ਕੇ ਆਉਂਦੀ ਹੈ, ਭਾਰਤ ਵਿੱਚ ਹਿੰਦੂ ਵੋਟਾਂ ਨੂੰ ਕੰਸੋਲੀਡੇਟ ਕਰਕੇ ਜਾਂ ਰਾਸ਼ਟਰਵਾਦੀ ਵੋਟਾਂ ਨੂੰ ਕੰਸੋਲੀਡੇਟ ਕਰਕੇ। ਹੁਣ ਜਿਹੜਾ ਇਹਨਾਂ ਦਾ ਕੋਸ਼ਿਸ਼ ਇਹ ਹੈ ਕਿ ਪੰਜਾਬ ਵਿੱਚ ਲਗਾਤਾਰ ਖਾਲਿਸਤਾਨ ਜਾਂ ਨਹੀਂ ਖਾਲਿਸਤਾਨ, ਹਿੰਦੂ ਜਾਂ ਸਿੱਖ, ਇਹ ਨਰੇਟਿਵ ਜਿਹੜਾ ਹੈਗਾ, ਪ੍ਰਤਾਂਤ ਹੈਗਾ, ਇਹ ਬਣਿਆ ਰਹੇ ਤਾਂ ਕਿ ਜਿਹੜੀ ਵੋਟਾਂ ਦੀ ਕਤਾਰਬੰਦੀ ਢੰਗ ਨਾਲ ਕੀਤੀ ਜਾਵੇ ਕਿ ਸਿੱਖਾਂ ਦੇ ਕੁਝ % ਵੋਟਾਂ ਮਿਲ ਜਾਣ ਤੇ ਬਾਕੀ ਹਿੰਦੂ ਵੋਟ ਕੰਸੋਲੀਡੇਟ ਕਰ ਲਓ। ਕੋਈ ਦਲਿਤਾਂ ਗਰੀਬਾਂ ਪਿੰਡਾਂ ਨੂੰ ਲਾਲ ਜਲੂਸ ਦੇ ਕੇ ਇਹ ਦੋ ਪ੍ਰਮੁੱਖ ਪਾਰਟੀਆਂ ਹੈਗੀਆਂ, ਅਕਾਲੀ ਭਾਜਪਾ ਗਠਜੋੜ ਤੇ ਕਾਂਗਰਸ, ਇਹ ਨਰੇਟਿਵ ਇਹਨਾਂ ਨੂੰ ਵੀ, ਕਾਂਗਰਸ ਨੂੰ ਵੀ ਸੂਤ ਪੈਂਦਾ ਹੈਗਾ, ਇਹ ਭਾਜਪਾ ਨੂੰ ਵੀ ਸੂਤ ਪੈਂਦਾ ਤੇ ਅਕਾਲੀ ਦਲ ਬਾਦਲ ਨੂੰ ਵੀ ਸੂਤ ਪੈਂਦਾ ਹੈਗਾ। ਇਹ ਵਰਤਾਂਤ ਅਸੀਂ ਚੱਲਣ ਨਹੀਂ ਦੇਣਾ ਹੈਗਾ। ਅਸੀਂ ਸਾਂਝੇ ਤੌਰ ਤੇ, ਮੈਂ ਤੇ ਖਹਿਰਾ ਸਾਹਿਬ ਤੇ ਕੁਝ ਹੋਰ ਲੋਕਾਂ ਨੇ, ਅਸੀਂ ਇਹਦੇ ਖਿਲਾਫ ਪੂਰਾ ਮਤਲਬ ਝੰਡਾ ਬੁਲੰਦ ਕੀਤਾ ਹੈਗਾ, ਅਖਬਾਰਾਂ ਵਿੱਚ ਵੀ, ਸੋਸ਼ਲ ਮੀਡੀਆ ਵਿੱਚ ਵੀ, ਔਰ ਉਹਨਾਂ ਥਾਵਾਂ ਤੇ ਜਾ ਕੇ ਅਸੀਂ ਇਨਕੁਆਰੀਆਂ ਕੀਤੀਆਂ, ਜਿਹਨੂੰ ਕਹਿੰਦੇ ਆ ਕਿ ਆਪਣੇ ਲੋਕ ਕਚਹਿਰੀ ਲਾਈ ਹੈਗੀ ਹੈ ਤਾਂ ਕਿ ਦੁੱਧ ਤੇ ਪਾਣੀ ਦਾ ਪਾਣੀ ਉਹ ਲੋਕਾਂ ਨੂੰ ਦੱਸਿਆ ਜਾ ਸਕੇ, ਉਹ ਜ਼ਾਹਰ ਕੀਤਾ ਜਾ ਸਕੇ। ਸੋ ਇਹ ਜਿਹੜਾ ਕਾਨੂੰਨ ਹੈਗਾ, ਇਹ ਪੰਜਾਬ ਵਿੱਚ ਇੱਕ ਨਵਾਂ ਬਿਰਤਾਂਤ, ਔਰ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ, ਮੇਰੇ ਕੋਲ ਐਫਆਈਆਰ ਦੀ ਕਾਪੀਆਂ ਪਈਆਂ, ਜਿਹੜੀ ਸੁਖਚੈਨ ਤੇ ਜਿਹੜਾ ਕੱਲ ਪਰਸੋਂ ਗਏ ਸੀਗੇ ਅਸੀਂ, ਜਿਸ ਬੱਚੇ ਨੇ ਮਤਲਬ ਸ਼ਹੀਨ ਬਾਗ ਜਾ ਕੇ ਲੰਗਰ ਵਰਤਾਇਆ ਸੀਗਾ, ਜਿਹੜੇ ਉਹਦੀ FIR ਹੈ ਦੁੰਲਾਪ੍ਰੀਤ ਤੇ ਸੁਖਚੈਨ ਦੀ, ਤੇ ਬਾਕੀ 3 ਬੰਦੇ ਹੋਰ ਇਹਨਾਂ ਨੇ ਘਰੋਂ ਫੜੇ, ਕਿਸੇ ਹੋਰ ਤਰੀਕ ਨੂੰ 2 ਦਿਨ ਬਾਅਦ ਗ੍ਰਿਫਤਾਰੀਆਂ ਕਿਤੇ ਹੋਰ ਨੂੰ ਪਾਈਆਂ, ਨਾਲ ਹਥਿਆਰ ਵੀ ਪਾਤੇ, ਜਦਕਿ ਪੰਚਾਇਤ ਦੀ ਹਾਜ਼ਰੀ ਸਪੁਰਦਗੀ ਕੀਤੀ ਸੀਗੀ ਪਿੰਡ ਵਾਲਿਆਂ ਨੇ। ਤੇ ਉਹ ਸਾਰੇ ਉਹਦੇ ਵਿੱਚ ਲਿਖਿਆ ਉਹਦੇ ਵਿੱਚ ਕਿ ਇਹ ਪਾਕਿਸਤਾਨ ਨਾਲ ਲਿੰਕ ਹੈ, ਇਹਨਾਂ ਦੇ ਇਹ ਦੇਸ਼ ਦੇ ਦੁਸ਼ਮਣ ਹੈਗੇ ਆ, ਇਹਨਾਂ ਦਾ ਏਜੰਡਾ ਸੀਗਾ ਕਿ ਕੁਝ ਇੱਕ ਫਿਰਕੇ ਦੇ ਲੋਕਾਂ ਨੂੰ ਕਤਲ ਕਰਕੇ ਪੰਜਾਬ ਦੀ ਜਿਹੜੀ ਫਿਰਕੂ ਵਾਤਾਵਰਨ ਹੈ ਉਹਨੂੰ ਖਰਾਬ ਕਰਨਾ। ਤਾਂ ਸਾਫ਼ ਜ਼ਾਹਰ ਹੈਗਾ ਕਿ ਉਸ ਵਰਤਾਂਤ ਵਿੱਚ ਪਿਆ, ਉਸ FIR 'ਚ ਪਿਆ ਹੈਗਾ ਕਿ ਮੌਜੂਦਾ ਹਾਕਮਾਂ ਦਾ ਮਕਸਦ ਕੀ ਹੈ ਕਿ ਪੰਜਾਬ ਦੀਆਂ ਮੰਗਾਂ ਦਾ ਵਰਤਾਂਤ, ਪੰਜਾਬ ਦੇ ਹੱਕਾਂ ਦਾ ਵਰਤਾਂਤ, ਪੰਜਾਬ ਦੇ ਪਾਣੀਆਂ ਦਾ ਵਰਤਾਂਤ, ਪੰਜਾਬ ਦੀ ਰਾਜਧਾਨੀ ਤੇ ਪੰਜਾਬ ਦੇ ਖੁਦ ਮੁਖਤਿਆਰੀ ਦਾ ਵਰਤਾਂਤ, ਜਾਂ ਹਿੰਦੁਸਤਾਨ ਜੋ ਅਲੱਗ-ਅਲੱਗ ਖਿੱਤਿਆਂ ਵਿੱਚ ਜੋ ਲੋਕਾਂ ਦੀਆਂ ਵਿਰੋਧੀਆਂ ਲਹਿਰਾਂ ਹੈਗੀਆਂ, ਸੁਰਾਂ ਹੈਗੀਆਂ, ਉਹਨਾਂ ਦਾ ਜੋ ਵਰਤਾਂਤ ਹੈਗਾ ਉਹਨੂੰ ਮੇਜ਼ ਕੇ ਇੱਕ ਬਗੈਰ ਕਿਸੇ ਮਤਲਬ ਅਜਿਹਾ ਵਰਤਾਂਤ ਜਿਹਦਾ ਆਧਾਰ ਕੋਈ ਨਹੀਂ ਹੈਗਾ। ਹਿੰਦੂ ਸਿੱਖ ਪੰਜਾਬ ਹਜ਼ਾਰਾਂ ਸਾਲ ਤੋਂ ਇਕੱਠੇ ਰਹਿ ਰਹੇ ਹੈ, ਬੜਾ ਪੁਰਾਣਾ ਸਾਡਾ ਸਾਂਝਾ ਵਿਰਸਾ, ਸਾਂਝੀ ਵਿਰਾਸਤ ਹੈ, ਸਾਡੀਆਂ ਸਾਂਝੀਆਂ ਸ਼ਹਾਦਤਾਂ ਹੈਗੀਆਂ। ਸਾਡੇ ਪੰਜਾਬ ਦੇ ਵਰਤਾਂਤ ਨੂੰ ਤੋੜਨ ਵਾਸਤੇ, ਪੰਜਾਬੀ ਕੌਮ ਦੇ ਵਰਤਾਂਤ ਨੂੰ ਪਹਿਲਾਂ ਵੀ ਤੋੜਿਆ ਇਹਨਾਂ ਨੇ, ਹਿੰਦੂ ਭਰਾਵਾਂ ਨੂੰ ਵਰਗਲਾ ਕੇ ਮਾਂ ਬੋਲੀ ਪੰਜਾਬੀ ਤਾਂ ਹਿੰਦੀ ਬਣਾ ਕੇ ਕਹਾਣੀ ਦੀ ਜਨਗਣਨਾ 'ਚ, ਉਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਦਾ ਉਹਨਾਂ ਨੂੰ ਵਰਗਲਾਇਆ ਗਿਆ ਹੈਗਾ ਤਾਂ ਕਿ ਪੰਜਾਬੀ ਕੌਮ ਦਾ ਇੱਕ ਸਮੁੱਚੀ ਕੌਮ ਦੇ ਤੌਰ ਤੇ, ਇੱਕ ਸਾਂਝੀ ਕੌਮ ਦੇ ਤੌਰ ਤੇ ਸਾਂਝੇ ਮਤਲਬ ਇੱਕ ਪੰਜਾਬ ਦਾ ਇੱਕ ਅਕਸਰ ਉੱਪਰ ਸਕੇ, ਲਕਸ਼ ਨਾਲ ਉੱਪਰ ਸਕੇ, ਔਰ ਹਿੰਦੁਸਤਾਨ ਦੇ ਵਿੱਚ ਨਕਸ਼ੇ ਉੱਤੇ ਇੱਕ ਮਜ਼ਬੂਤ ਪੰਜਾਬੀ ਕੌਮ ਦਾ
ਜਿਹੜਾ ਇੱਕ ਬਿੰਬ ਹੈਗਾ, ਇੱਕ ਹੋਂਦ ਹੈਗੀ ਹੈ, ਉਹ ਨਾ ਕਾਇਮ ਹੋ ਸਕੇ। ਤਾਂ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਕਿਵੇਂ ਸ਼ਾਨਾ ਮੱਤੀ, ਕਿਵੇਂ ਮੋਹਨਜੋਦੜੋ ਦੀ ਸਭਤਾ ਵਾਲੀ, ਕਿਵੇਂ ਦੁਨੀਆ ਦੀ ਮਹਾਨਤਮ ਕੌਮਾਂ 'ਚ ਕੌਮ ਹੋਈ ਹੈ, ਜਿਹਨੇ ਆਪਣਾ ਰਾਜ ਵੀ ਚਲਾਇਆ ਹੈਗਾ ਹੈ। ਇਸ ਕੌਮ ਨੂੰ ਪਾੜਨ ਵਾਸਤੇ, ਇਹਨੂੰ ਲੁੱਟਣ ਵਾਸਤੇ, ਕੁੱਟਣ ਵਾਸਤੇ ਇਹ ਬਰਤਾਂਤ ਬਹੁਤ ਲੰਮੇ ਰਚ ਰਹੇ ਨੇ, ਜੀ ਕਿ ਬਾਰ-ਬਾਰ ਕਾਮਯਾਬ ਹੁੰਦੇ ਰਹੇ ਨੇ। ਪਰ ਹੁਣ ਜਿਹੜੀ ਹਰ ਇੱਕ ਨੂੰ ਸੋਚੀ ਆ ਰਹੀ ਹੈ, ਹਰ ਕੋਈ ਸਮਝ ਆ ਰਹੀ ਹੈ ਕਿ ਇਹਨਾਂ ਨੇ ਸਾਰਾ ਬਰਤਾਂਤ ਸਿੱਝ ਕੇ ਪੰਜਾਬ ਨਾਲ ਕੀ ਕੀਤਾ, ਪੰਜਾਬ ਦਾ ਸੱਤਿਆਨਾਸ਼ ਕਰ ਦਿੱਤਾ, ਪੰਜਾਬ ਖਾਤਮੇ ਲੱਗ ਕੰਢੇ ਪਹੁੰਚਾਤਾ, ਸਾਡਾ ਪੰਜਾਬ ਬੰਜਰ ਬੰਦ ਕੰਢੇ ਪਹੁੰਚ ਗਿਆ। ਕੇਂਦਰ ਦੀਆਂ ਹਾਕਮਾਂ ਦੀਆਂ ਸਾਜ਼ਿਸ਼ਾਂ ਪਾਣੀ ਲੁੱਟਣ ਦੀਆਂ ਤੇ ਭਾਰਤੀ ਪੰਜਾਬ ਦੇ ਸਾਥ ਸੀਗੇ, ਚਾਹੇ ਅਕਾਲੀ ਤੇ ਕਾਂਗਰਸ ਸੀਗੀ, ਇਹਨਾਂ ਦੀ ਮਿਲੀ ਭੁਗ ਸੀਗੀ, ਇਹਨਾਂ ਦੀ ਜੋ ਆਪਣੇ ਮਫਾਦ ਸੀਗੇ ਉਹਨਾਂ ਨੂੰ ਮੁੱਖ ਰੱਖ ਕੇ ਜਿਹਨਾਂ ਨੇ ਪੰਜਾਬ ਨੂੰ ਧਰੋਹ ਕੀਤਾ ਹੈਗਾ। ਉਸ ਕਰਕੇ ਅੱਜ ਸਾਡਾ ਪੰਜਾਬ ਪੰਜਾਬ ਚੋਂ ਬੱਚੇ ਭੱਜੇ ਜਾ ਰਹੇ ਨੇ, ਕਿਸਾਨੀ ਖੁਦਕਸ਼ੀਆਂ ਕਰ ਰਹੀ ਹੈ, ਨੌਜਵਾਨ ਸੰਕਟ, ਨਸ਼ਿਆਂ ਦੇ ਸੰਕਟ 'ਚ ਫਸੇ ਹੋਏ ਹੈਗੇ ਹੈ, ਬੇਰੁਜ਼ਗਾਰੀ ਸਿਖਰਾਂ ਤੇ ਹੈਗੀ ਹੈ, ਤੇ ਹੋਰ ਕੋਈ ਜ਼ਿੰਦਗੀ ਦਾ ਕੋਈ ਖੇਤਰ ਲੈ ਲਓ, ਚਾਹੇ ਉਹ ਮਤਲਬ ਇਹਦਾ ਰੇਤੇ ਬਜਰੀ ਦਾ ਹੈਗਾ ਹੈ, ਚਾਹੇ ਸ਼ਰਾਬ ਦਾ ਮਾਫੀਆ ਹੈਗਾ, ਚਾਹੇ ਰੇਤਾ ਬਜਰੀ ਮਾਫੀਆ, ਚਾਹੇ ਕੇਬਲ ਮਾਫੀਆ, ਚਾਹੇ ਟਰਾਂਸਪੋਰਟ ਮਾਫੀਆ, ਚਾਹੇ ਉਹ ਭੂ ਮਾਫੀਆ, ਹਰ ਤਰ੍ਹਾਂ ਦਾ ਮਾਫੀਆ ਪੰਜਾਬ ਨੇ ਲੋਕਾਂ ਦੇ ਉੱਤੇ ਜਕੜ ਪਾਈ, ਜਿਹੜਾ ਸੱਪ ਵਾਂਗੂ ਨਾਗਵਾਲ ਪਾਈ ਬੈਠਾ ਹੈਗਾ। ਔਰ ਪੰਜਾਬ ਲੁੱਟ ਕੇ ਇਹਨਾਂ ਨੇ ਖੁੰਗਲ ਕਰ ਦਿੱਤਾ, ਕੋਈ ਸੈਂਟਰ ਨੇ, ਕੋਈ ਇੱਥੋਂ ਦੇ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਤੁਹਾਡਾ, ਬਹੁਤ ਧੰਨਵਾਦ ਡਾਕਟਰ ਸਾਹਿਬ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਸਾਨੂੰ ਇਹ ਸਾਰੀ ਜਾਣਕਾਰੀ ਦਿੱਤੀ। ਜਾਣਕਾਰੀ ਸਾਰੇ ਪੰਜਾਬ ਦੇ ਲੋਕਾਂ ਨੂੰ, ਤਾਂ ਇੱਥੇ ਜਿਹੜੇ ਸਾਡੇ ਦਰਸ਼ਕ ਆ ਉਹ ਦੇਖ ਸਕਣ ਵੀ ਇਸ ਕਾਨੂੰਨ ਦੇ ਅੰਡਰ ਕੀ ਇਹ ਜਿਹੜੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਕਿੰਨੀ ਧੱਕੇਸ਼ਾਹੀ ਤੇ ਕਿੰਨਾ ਤਸ਼ੱਦਦ ਬਿਨਾਂ ਕਿਸੇ ਕਾਰਨ ਤੇ ਬਿਨਾਂ ਕਿਸੇ ਵਜ੍ਹਾ ਤੇ ਕਰ ਰਿਹਾ। ਤੁਸੀਂ ਸਾਡੇ ਨਾਲ ਜਿਹੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਧਾਵਾ ਸਾਹਿਬ ਇਹ ਗੱਲ ਤੇ ਸੋਚਣ ਵਾਲੀ, ਜਿੱਦਾਂ ਹੁਣ ਉਹਨਾਂ ਨੇ ਦੱਸਿਆ ਵੀ ਕਿ ਦਲਿਤ ਪਰਿਵਾਰ ਦੇ ਜਿਹੜੇ 2 ਬੱਚੇ ਸੀਗੇ, ਮਤਲਬ ਛੋਟੀ ਉਮਰ ਦੇ, ਬਿਲਕੁਲ ਉਹਨਾਂ ਦੇ ਸਰੀਰਾਂ ਤੋਂ ਦੇਖਿਆ ਜਾਵੇ ਉਹਨਾਂ ਤੇ ਲੱਗਦਾ ਨਹੀਂ ਸੀ ਵੀ ਉਹ ਕਿਹਨਾਂ ਨਾਲ ਸੰਬੰਧ, ਉਹਨਾਂ ਦੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜਾਂ ਹੋਰ ਕਿਸੇ ਨਾਲ ਸੰਬੰਧ ਉਹਨੇ ਕਰਦੇ। ਉਹ ਦੱਸਿਆ ਜਾ ਕਿ ਉਹ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਕੋਈ ਮਤਲਬ 10 ਸਾਲ ਵੀ ਤੁਹਾਨੂੰ ਜੇਲ੍ਹ ਵਿੱਚ ਸੜਨਾ ਪੈ ਸਕਦਾ ਤੇ 15 ਸਾਲ ਵੀ ਜੇਲ੍ਹ ਵਿੱਚ ਸੜਨਾ ਪੈ ਸਕਦਾ। ਸਭ ਤੋਂ ਵੱਡੀ ਗੱਲ ਇਸ ਕਾਨੂੰਨ ਦੇ ਵਿੱਚ ਇਹ ਆ ਕਿ ਪਹਿਲੋਂ ਆਰਗੇਨਾਈਜੇਸ਼ਨਸ ਜਿੱਦਾਂ ਵਰਕ ਕਰਦੀਆਂ ਸੀਗੀਆਂ ਜਾਂ ਜਥੇਬੰਦੀ ਦੇ ਤੌਰ ਤੇ ਵਰਕ ਕਰਦੇ ਸੀਗੇ, ਉਹਨਾਂ ਤੇ ਉਹ ਧਾਰਾ ਲੱਗਦੀ ਸੀਗੀ, ਉਹਨਾਂ ਦੇ ਮੈਂਬਰਾਂ ਤੇ ਲੱਗਦੀ ਸੀ। ਹੁਣ ਕੋਈ ਇੰਡੀਵਿਜੂਅਲ ਵੀ ਆਪਣੇ ਵਿਚਾਰ ਪੇਸ਼ ਕਰਦਾ ਏ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਏ ਕਿ ਇੰਡੀਵਿਜੂਅਲ ਵੀ ਆਪਣੇ ਕੋਈ ਵਿਚਾਰ ਪੇਸ਼ ਕਰਦਾ ਏ ਤੇ ਉਹਦੇ ਉੱਤੇ ਵੀ ਉਹ ਐਕਟ ਲਾ ਕੇ ਉਹਦੀ ਜ਼ਮੀਨ ਜਾਇਦਾਦ ਤੱਕ ਕੁਰਕ ਕਰਨ ਦੀ ਜਿਹੜੀ ਗੱਲ ਆ ਇਸ ਕਾਨੂੰਨ ਦੇ ਵਿੱਚ, ਉਹ ਦੰਦ ਹੀ ਆਪਣੇ ਤਿੱਖੇ ਕੀਤੇ ਗਏ ਨੇ ਟਾਡਾ ਦੇ, ਜੋ ਕਿ ਇੱਕ ਬਹੁਤ ਹੀ ਚਿੰਤਾ ਵਾਲਾ ਵਿਸ਼ੇ ਆ ਕਿ ਇਸ ਤਰ੍ਹਾਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਜਿਹੜੀਆਂ ਆਪਾਂ ਹਕੂਕੀ ਗੱਲਾਂ ਕਰਦੇ ਆ ਜਾਂ ਆਪਣੀਆਂ ਵਿਚਾਰਾਂ ਪੇਸ਼ ਕਰਦੇ ਆ, ਉਹਦੇ ਉੱਤੇ ਵੀ ਜਿਹੜਾ ਇਹ ਭਿਆਨਕ ਜਿਹੜਾ UAPA ਵਾਲਾ ਐਕਟ ਆ, ਇਹ ਲਾ ਕੇ ਉਹਨਾਂ ਨੂੰ ਅੰਦਰ ਡੱਕਿਆ ਜਾਂਦਾ ਤੇ 180 ਦਿਨ 6 ਮਹੀਨੇ ਆਪਾਂ ਗੱਲ ਕਰਦੇ ਆ, ਕੋਈ ਸੁਣਵਾਈ ਨਹੀਂ, ਕੋਈ ਚਾਰਜ ਸ਼ੀਟ ਤੱਕ ਨਹੀਂ ਫਾਈਲ ਹੁੰਦੀ। ਬਿਲਕੁਲ ਜੀ ਰੰਧਾਵਾ, ਇੱਕ ਹੋਰ ਨੇ ਕਿਹਾ ਤੁਸੀਂ ਇੱਕ ਫੇਸਬੁੱਕ ਤੇ ਪੇਜ ਨੂੰ ਲਾਈਕ ਕਰ ਦੇਣਾ, ਬਿਲਕੁਲ ਉਹਦਾ ਆਧਾਰ ਬਣਾ ਕੇ ਤੁਹਾਡੇ ਉੱਤੇ ਇਹ ਕਾਨੂੰਨ ਥੋਪ ਦੇਣਾ, ਤੇ ਮੈਂ ਕਹਿੰਦਾ ਇਹ ਤੋਂ ਸ਼ਰਮਨਾਕ ਹੋਰ ਸਭ ਪੰਜਾਬ ਸਰਕਾਰ ਇਹ ਤੋਂ ਹੋਰ ਬਿਲਕੁਲ ਜੀ। ਇੱਕ ਜਿੱਦਾਂ ਆਪਾਂ ਜਿਹੜੇ ਆਪਣੇ ਡੈਮੋਕ੍ਰੇਸੀ ਦੇ ਵਿੱਚ ਕਨਸਟੀਟਿਊਸ਼ਨ ਸੰਵਿਧਾਨ ਦੇ ਅਕੋਰਡਿੰਗਲੀ ਸਭ ਕੁਝ ਚੱਲਦਾ ਜੀ, ਉਹਦੇ ਵਿੱਚ ਇੱਕ ਰਾਈਟ ਆਫ ਸਪੀਚ ਦਾ ਜਿਹੜਾ ਵਾ ਉਹ ਵੀ ਐਕਟ ਦਰਜ ਹੁੰਦਾ, ਜਿਹੜੀਆਂ ਮੁੱਖ ਧਾਰਾਂ ਦੇ ਵਿੱਚ ਰਾਈਟ ਆਫ ਸਪੀਚ ਜਿਹੜੀ ਆ, ਜਿੱਦਾਂ ਕਿ ਆਪਾਂ ਪਿੱਛੇ ਦੀ ਗੱਲ ਕੀਤੀ ਸੀਗੀ, ਰਵੀ ਸਿੰਘ ਹੁਣਾਂ ਨੇ ਟਵੀਟ ਕੀਤਾ ਸੀਗਾ ਕਿ ਮੈਂ ਵੀ ਸਲਾਓ ਤੋਂ ਲੈ ਕੇ ਸਾਊਥ ਹਾਲ ਤੱਕ ਰਵਿਸਤਾਨ ਮੰਗਦਾ ਕਿ ਮੇਰੇ ਤੇ ਇਸ ਚੀਜ਼ ਦਾ ਅੱਤਵਾਦੀ ਪਰਚਾ ਹੋ ਸਕਦਾ। ਪ੍ਰੋਪਰ ਟਵੀਟ ਕਰਕੇ ਇਹ ਗੱਲ ਪੁੱਛੀ ਸੀਗੀ ਸਰਕਾਰ ਕੋਲੋਂ। ਬਿਲਕੁਲ ਗਾਂਧੀ ਸਾਹਿਬ ਦੀ ਵੀ ਗੱਲ ਇਹ ਸੱਚ ਆ ਕਿ ਇਸ ਪੱਖ ਤੇ ਜ਼ਰੂਰ ਕਿਤੇ ਨਾ ਕਿਤੇ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਸਰਕਾਰਾਂ ਜਿਹੜੀਆਂ ਨੇ ਸਾਨੂੰ ਆਪਸ ਦੇ ਵਿੱਚ ਉਲਝਾ ਕੇ ਹਿੰਦੂ ਮੁਸਲਿਮ ਕਹਿ ਲਈਏ ਜਾਂ ਦਲਿਤ ਕਹਿ ਲਈਏ ਜਾਂ ਸਿੱਖ ਹਿੰਦੂ ਦਾ ਕਲੈਸ਼ ਕਰਵਾ ਕੇ ਆਪਣਾ ਸਿਰਫ ਫਾਇਦਾ ਸੋਚਦੀਆਂ ਨੇ, ਜੋ ਕਿ ਇੱਕ ਬਹੁਤ ਹੀ ਚਿੰਤਾ ਦਾ ਵਿਸ਼ੇ ਹੈ। ਬਿਲਕੁਲ ਰੰਧਾਵਾ ਜੀ, ਇੱਕ ਜੋਗਿੰਦਰ ਸਿੰਘ ਗੁੱਜਰ ਉਹਨਾਂ ਦਾ ਨਾਮ ਤੋਂ 65 ਸਾਲ ਦੀ ਉਹਨਾਂ ਦੀ ਉਮਰ, ਇਟਲੀ ਤੋਂ ਪੰਜਾਬ ਹੋ ਜਾਂਦੇ ਨੇ, ਬਿਲਕੁਲ ਠੀਕ ਹੈ। ਉਹਨਾਂ ਉੱਤੇ ਇੱਕ ਆਪਾਂ ਸੁਣੀ ਵੀਡੀਓ, ਖਹਿਰਾ ਸਾਹਿਬ ਜੀ ਨੇ ਦੱਸਿਆ ਕਿ ਉਹਨਾਂ ਉੱਤੇ ਇਹ ਪਰਚਾ, ਇਸ ਨਾਮ ਦਾ ਪਰਚਾ ਇਸ ਕਾਨੂੰਨ ਤਹਿਤ ਉਹਨਾਂ ਤੇ ਦਰਜ ਕਰ ਦਿੱਤਾ ਜਾਂਦਾ ਜੀ, ਤੇ ਉਹਨਾਂ ਦੀ 65 ਸਾਲ ਦੀ ਉਮਰ ਹੈ। ਉਹਨਾਂ ਦਾ ਕਸੂਰ ਕੀ ਠਹਿਰਾਇਆ ਜਾਂਦਾ? ਉਹਨਾਂ ਕੇ ਕਿਸੇ ਪੰਨੂ ਦੇ ਨਾਮ ਤੇ ਨਾਮ ਦਾ ਵਿਅਕਤੀ ਸੀਗਾ, ਉਹਨੇ ਇਟਲੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਉਹਦੇ ਗਲ ਵਿੱਚ ਸਰੋਪਾ ਪਾਇਆ ਸੀ। ਉਹਦੇ ਅੰਡਰ ਇੱਕ ਜਿਹੜਾ ਵਿਅਕਤੀ, ਉਹਨੂੰ ਸ਼ਾਇਦ ਉਹਨਾਂ ਦੱਸਿਆ 3 ਸਟੰਟ ਵੀ ਉਹਨਾਂ ਦੇ ਹਾਰਟ ਪੇਸ਼ੈਂਟ ਆ, ਬਿਲਕੁਲ ਜੀ, ਹਾਰਟ 3 ਸਟੰਟ ਵੀ ਉਹਨਾਂ ਦੇ ਪਏ ਆ, ਉਹਨੂੰ ਇਸ ਕਾਨੂੰਨ ਦੇ ਦਾਇਰੇ ਅੰਡਰ ਪੁਲਿਸ ਕਸਟਡੀ ਵਿੱਚ ਰੱਖਿਆ
ਦੇਖਿਆ ਜਾਣਾ ਕਿੰਨਾ ਕੁ ਜਾਇਜ਼ ਹੈ? ਬਿਲਕੁਲ ਜੀ, ਇਹ ਸੋਚਣ ਦਾ ਵਿਸ਼ੇ ਹੈ ਕਿ ਇੱਕ ਜਿਹੜਾ ਬਜ਼ੁਰਗ ਆ ਉਹ ਆਪਣੇ ਜੰਮਣ ਭੌਂ ਨੂੰ ਵਾਪਸ ਮੁੜਦਾ ਹੈ। ਜਿੱਦਾਂ ਕਿ ਉਹਨੇ, ਜੇ ਆਪਾਂ ਦੇਖਿਆ ਜਾਵੇ ਕਾਨੂੰਨੀ ਤੌਰ ਦੇ ਉੱਤੇ ਵੀ ਦੇਖਿਆ ਜਾਵੇ, ਇਸ ਗੱਲ ਦੇ ਉੱਤੇ ਜ਼ਰੂਰ ਇੱਕ ਬਹਿਸ ਦਾ ਵਿਸ਼ੇ ਆ ਕਿ ਉਹਨੇ ਜਿਹੜਾ ਸਰੋਪਾ ਸੀਗਾ ਉਹ ਪਾਇਆ ਸੀਗਾ ਇੱਥੇ, ਜਿੱਥੇ ਆਪਣੀ ਕੰਟਰੀ 'ਚ ਇਟਲੀ ਦੇ ਵਿੱਚ ਰਹਿ ਰਿਹਾ ਸੀਗਾ, ਪਰ ਉਸ ਦਾ ਸਰੋਪਾ ਜਿਹੜਾ ਇੱਥੇ ਪਾਇਆ ਹੈ ਉਹਦਾ ਉੱਥੇ ਜਾ ਕੇ ਇਫੈਕਟ ਹੋਣਾ ਉਹ ਇੱਕ ਸੋਚਣ ਦਾ ਵਿਸ਼ੇ ਹੈ, ਉਹ ਇੱਕ ਡਿਬੇਟ ਦਾ ਵਿਸ਼ੇ ਹੈ ਕਿ ਉਹ ਕੀ ਕਾਰਨ ਹੈ ਇਹੋ ਜਿਹੇ ਕਿ ਇਹ ਕਾਨੂੰਨ ਕਿਤੇ ਹੈਗਾ ਹੈ ਕਿ ਕਿਸੇ ਦੂਸਰੇ ਮੁਲਕ ਦੇ ਵਿੱਚ ਜ਼ੁਲਮ ਹੁੰਦਾ। ਇੰਨਾ ਜ਼ਰੂਰ ਸੁਣਿਆ ਹੈ ਕਿ ਕਿਸੇ ਮੁਲਕ ਦੇ ਵਿੱਚ ਜ਼ੁਲਮ ਕਰੀਦਾ ਹੈ ਤੇ ਉੱਥੋਂ ਦੀ ਗਵਰਨਮੈਂਟ ਜਿਹੜੀ ਆ ਉਸ ਕਾਨੂੰਨ ਦੇ ਅਕੋਰਡਿੰਗਲੀ ਪਹਿਲਾਂ ਉਹਨੂੰ ਸਜ਼ਾ ਦਿੰਦੀ ਹੈ, ਉਸ ਤੋਂ ਬਾਅਦ ਜਿਹੜੇ ਉਹ ਦੇਸ਼ ਦੇ ਨਾਲ ਸੰਬੰਧਿਤ ਹੁੰਦਾ ਜਾਂ ਉਸ ਕਿਸੇ ਦੇਸ਼ ਦੇ ਖਿਲਾਫ ਕੋਈ ਐਕਟੀਵਿਟੀ ਕਰਦਾ ਹੈ ਤੇ ਉਹਨੂੰ ਉੱਥੇ ਵਾਪਸ ਉਸ ਦੇਸ਼ ਭੇਜ ਦਿੱਤਾ ਜਾਂਦਾ ਹੈ। ਇੱਕ ਬੁਢਲਾਡਾ ਤੋਂ ਰੰਧਾਵਾ ਸਾਹਿਬ ਚੱਕਿਆ ਸੀ ਪੁਲਿਸ ਨੇ, ਨੌਜਵਾਨ ਥੋੜੇ ਦਿਨਾਂ ਦੀ ਗੱਲ ਹੈ ਕਿ ਉਹਨੇ ਉਹਦੇ ਬਾਰੇ ਪਰਚਾ ਵੀ ਸ਼ਾਇਦ ਉਹਦਾ ਖਹਿਰਾ ਸਾਹਿਬ ਨੇ ਉਹਦਾ ਕੈਂਸਲ ਹੋ ਗਿਆ ਜੀ, ਤੇ ਉਹਦੇ ਬਾਰੇ ਕੋਈ ਹੈ ਕਿ ਤੁਹਾਡੇ ਕੋਲ ਅਪਡੇਟ? ਬਿਲਕੁਲ ਜੀ, ਬੁਢਲਾਡਾ ਦੇ ਵਿੱਚੋਂ 18 ਸਾਲ ਦਾ ਨੌਜਵਾਨ ਸੀਗਾ ਜਿਸ ਨੂੰ ਉਮਰ ਤੁਸੀਂ ਦੇਖੋ ਉਹਦੀ, ਬਿਲਕੁਲ ਜੀ, ਆਪਣੇ ਵਿਚਾਰ ਪੇਸ਼ ਕਰਨ ਕਰਕੇ ਹੀ ਜਿਹੜਾ ਉਹਨੂੰ ਆਪਣਾ ਪੁਲਿਸ ਵੱਲੋਂ UAP ਐਕਟ ਦੇ ਅਕੋਰਡਿੰਗਲੀ ਪਹਿਲਾਂ ਪਰਚਾ ਪਾ ਦਿੱਤਾ ਗਿਆ ਸੀਗਾ। ਫਿਰ ਉਸ ਤੋਂ ਬਾਅਦ ਖਹਿਰਾ ਸਾਹਿਬ, ਧਰਮਵੀਰ ਗਾਂਧੀ ਜੀ ਹੁਣਾਂ ਦੀ ਐਫਰਟ ਸਦਕਾ, ਕੁਝ ਹੋਰ ਲੀਡਰ ਸਾਹਿਬਾਨਾਂ ਦੇ ਐਫਰਟ ਸਦਕਾ ਉਹਨੂੰ ਜਿਹੜਾ ਵਾ UAP ਐਕਟ ਜਿਹੜਾ ਵਾ ਉਹਦਾ ਖਤਮ ਕਰ ਦਿੱਤਾ ਗਿਆ। ਇੱਥੇ ਇਹ ਸੋਚਣ ਵਾਲੀ ਹੈ ਕਿ ਇਹ ਇੱਕ ਗਿਣੀ ਮਿੱਸੀ ਸਾਜ਼ਿਸ਼ ਦਾ ਹਿੱਸਾ ਵੀ ਆ, ਜਿੱਦਾਂ ਸਰਕਾਰ ਨੇ ਇਹ ਵਾਲਾ ਸਟੈਪ ਚੁੱਕਿਆ ਹੈ ਕਿ ਇੱਕ ਪਾਸੇ ਉਹਨਾਂ ਨੇ ਇਹ ਜਿਹੜਾ ਵਾ ਪਹਿਲਾਂ UAP ਦਾ ਧਾਰਾ ਪਾ ਦਿੱਤੀ, ਫਿਰ ਜਦੋਂ ਕਾਨੂੰਨੀ ਦਾ ਪੇਚ ਜਿਹੜੇ ਖਹਿਰਾ ਸਾਹਿਬ ਹੁਣਾਂ ਨੇ, ਧਰਮਵੀਰ ਗਾਂਧੀ ਹੁਣਾਂ ਨੇ ਜਿਹੜੇ ਪੇਸ਼ ਕੀਤੇ ਜਾਂ ਤੱਥ ਪੇਸ਼ ਕੀਤੇ ਨੇ, ਜੇ ਉਹ ਕਰਨਾਲ ਵਾਲੇ ਦੀ ਗੱਲ ਕਰਦੇ ਨੇ, ਸੋਸ਼ਲ ਮੀਡੀਆ ਤੇ ਸਭ ਨੇ ਉਹਨਾਂ ਦੀਆਂ ਫੋਟੋਆਂ ਦੇਖੀਆਂ ਨੇ। ਉਹ ਦਿੱਲੀ ਜਾ ਕੇ ਜਦੋਂ ਕੋਵਿਡ ਕਰਕੇ ਸਾਰਾ ਕੁਝ ਬੰਦ ਸੀਗਾ ਉਸ ਟਾਈਮ ਉਹਨਾਂ ਨੇ ਉੱਥੇ ਸੇਵਾ ਕੀਤੀ ਆ, ਆਪਣੀ ਜਾਨ ਦੀ ਬਾਜੀ ਲਾ ਕੇ ਬਿਲਕੁਲ ਸੇਵਾ ਕੀਤੀ ਉੱਥੇ। ਤੇ ਉਹਨਾਂ ਦੇ ਜਿੱਦਾਂ ਘਰ ਦੀ ਗੱਲ ਵੀ ਡਾਕਟਰ ਸਾਹਿਬ ਨੇ ਦੱਸੀ ਹੈ ਕਿ ਘਰ ਦੇ ਵਿੱਚ ਵੀ ਜਿੱਦਾਂ ਉਹ ਕੰਬਾਈਨ ਦਾ ਕੰਮ ਕਰਦੇ ਨੇ ਜਾਂ ਆਪਣਾ ਲੈਂਟਰ ਪਾਉਂਦੇ ਨੇ ਤੇ ਦਲਿਤ ਪਰਿਵਾਰ ਨੂੰ ਬਿਲੋਂਗ ਕਰਦੇ ਨੇ। ਬਿਲਕੁਲ, ਇੱਕ ਦਿਹਾੜੀਦਾਰ ਇਨਸਾਨ ਜਿਹੜਾ ਆਪਣਾ ਰੋਜੀ ਰੋਟੀ ਕਰਕੇ ਦਿਹਾੜੀ ਲਾ ਕੇ ਆਪਣਾ ਪੇਟ ਪਾਲ ਰਿਹਾ, ਤਾਂ ਉਹ ਇਸੇ ਜਿਹੀਆਂ ਧਾਰਾਵਾਂ ਦੇ ਹੇਠ ਉਹਨੂੰ ਅਰੈਸਟ ਕਰ ਲੈਣਾ, ਉਹਦੇ ਪਰਚਾ ਪਾ ਦੇਣਾ, ਤੇ ਮੈਂ ਤਾਂ ਕਹਿੰਦਾ ਇਹ ਤੋਂ ਵੱਡੀ ਹੋਰ ਸ਼ਰਮਨਾਕ ਕੋਈ ਗੱਲ ਨਹੀਂ ਹੋ ਸਕਦੀ। ਇਸੇ ਬਾਰੇ ਆਪਾਂ ਗੱਲ ਕਰਦੇ ਹਾਂ ਰੰਧਾਵਾ ਜੀ ਦੇ ਇੱਕ ਬਿਲਕੁਲ ਜੀ, ਆਪਾਂ ਲਾਈਨ ਦੇ ਉੱਤੇ ਸਾਡੇ ਨਾਲ ਸੁਖਪਾਲ ਖਹਿਰਾ ਜੀ ਜੁੜ ਚੁੱਕੇ ਨੇ, ਆਪਾਂ ਉਹਨਾਂ ਕੋਲੋਂ ਜਾਣਕਾਰੀ ਲੈਣੇ ਆ ਇਸ ਪੂਰੇ ਵਿਸ਼ੇ ਦੇ ਉੱਤੇ UAP ਦੇ ਐਕਟ ਦੇ ਅਕੋਰਡਿੰਗਲੀ। ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਖਹਿਰਾ ਸਾਹਿਬ, ਸਵਾਗਤ ਹੈ ਜੀ, ਤੁਸੀਂ ਆਪਣੀ ਗੱਲ ਕੰਟੀਨਿਊ ਕਰ ਸਕਦੇ ਜੀ। ਹਾਂਜੀ, ਮੈਂ ਇਹ ਕਹਿ ਰਿਹਾ ਸੀਗਾ ਕਿ ਜਿਹੜਾ ਇਹ ਯੂਆਪਾ ਲਾਅ ਬਣਾਇਆ ਨਾ, ਇਹ ਸਾਡਾ ਤੇ ਫੁੱਟਾ ਜਿਹੜੇ ਬਹੁਤ ਡ੍ਰੈਕੋਨੀਅਨ ਤੇ ਕਾਲੇ ਲਾਅ ਸੀ ਪਹਿਲਾਂ ਅਵੇਲੇਬਲ ਇੰਡੀਅਨ ਗਵਰਨਮੈਂਟ ਕੋਲ, ਉਹਨਾਂ ਤੋਂ ਵੀ ਸਖਤ ਕਾਨੂੰਨ ਆ ਜੀ, ਕਿਉਂਕਿ ਇਹਦੀ ਅਮੈਂਡਮੈਂਟ ਕਰਕੇ ਜਿਹੜੀ 2019 ਚ ਮੋਦੀ ਸਰਕਾਰ ਨੇ ਲੋਕ ਸਭਾ ਚ ਪਾਸ ਕੀਤਾ ਜੀ, ਹੁਣ ਇਹ ਕਿਸੇ ਇੰਡੀਵਿਜੂਅਲ ਨੂੰ ਟੈਰਰਿਸਟ ਡਿਕਲੇਅਰ ਕਰਕੇ ਉਹਦੀ ਸਾਰੀ ਜਾਇਦਾਦ, ਉਹਦੀ ਸਾਰੀ ਸੰਪत्ति ਨੂੰ ਜ਼ਬਤ ਕਰ ਸਕਦੇ ਨੇ। ਔਰ ਇਹਦੇ ਚ ਪੁਲਿਸ ਨੂੰ ਖਾਸ ਛੋਟਾ ਨੇ ਕਿ ਕੋਈ ਐਵੀਡੈਂਸ ਪ੍ਰੋਡਿਊਸ ਕਰਨ ਦੀ ਲੋੜ ਨਹੀਂ ਕਿ ਔਰ FIR ਦਰਜ ਕੋਈ ਵੀ ਪੁਲਿਸ ਅਫਸਰ ਆਪਣੇ ਸੋਰਸਸ ਦੱਸ ਕੇ ਕਿ ਇਹਨੂੰ ਪਤਾ ਲੱਗਿਆ ਵਾ ਕਿ ਸੁਖਪਾਲ ਸਿੰਘ ਖਹਿਰਾ ਨੇ ਦੇਸ਼ ਨੂੰ ਤੋੜਨ ਦੀ ਮਨਸੂਬੇ ਬਣਾ ਲਏ ਨੇ, ਸਾਜ਼ਿਸ਼ ਬਣਾ ਲਈ ਆ ਜੀ, ਔਰ ਇਹਨਾਂ ਦੀ ਇੱਕ ਗੁਪਤ ਮੀਟਿੰਗ ਹੋਈ ਹੈ, ਇਸ ਲਈ ਮੈਂ ਇਹਨਾਂ ਨੂੰ ਲਾਪਤਾ ਤਹਿਤ ਗ੍ਰਿਫਤਾਰ ਕਰਦਾ ਹੈ। ਇਸ ਤਰ੍ਹਾਂ ਦੀਆਂ ਫ੍ਰਿਵਲਸ ਦੀਆਂ ਰਿਪੋਰਟਸ ਤੇ ਬੰਦਾ ਅਰੈਸਟ ਕਰ ਸਕਦੇ ਨੇ। ਔਰ ਜਿਹੜਾ ਚਲਾਨ ਪੇਸ਼ ਕਰਨ ਦੀ ਐਕਸਟੈਂਸ਼ਨ ਹੈ ਉਹ ਨਾਰਮਲ ਕੋਰਸ ਵਿੱਚ 60 ਡੇਜ਼ ਹੁੰਦਾ, ਪੁਲਿਸ ਦਾ ਚਲਾਨ ਫਾਈਲ ਕਰਨਾ ਮੈਂਡੇਟਰੀ ਹੁੰਦਾ, ਉਹਨੂੰ 180 ਦਿਨ ਯਾਨੀ ਕਿ 6 ਮਹੀਨੇ ਤੱਕ ਐਕਸਟੈਂਡ ਕਰਤਾ। ਔਰ ਵੈਸੇ ਵੀ ਇਸ ਲਾਅ ਦੇ ਵਿੱਚ ਜ਼ਮਾਨਤ ਹੋਣ ਦਾ ਕੋਈ ਚਾਂਸ ਨਹੀਂਗਾ, ਔਰ ਕਈ ਸਾਲ ਅੰਦਰ ਲੋਕ ਸੜਨਗੇ ਇਸ ਗੱਲ। ਔਰ ਪੰਜਾਬ ਦੇ ਵਿੱਚ ਪਿਛਲੇ ਦਿਨਾਂ 'ਚ 2020 ਰੈਫਰੈਂਡਮ ਦੀ ਆੜ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 16 FIR ਦਰਜ ਕੀਤੀਆਂ ਯੂਆਪਾ 'ਚ, ਔਰ ਇਹਦੀ ਸ਼ੁਰੂਆਤ ਮੇਰੀ ਆਪਣੀ ਕੌਂਸਟੀਟੂਐਂਸੀ ਭੁਲੱਥ ਹੋਈ। ਸਾਡੇ ਇੱਕ ਅਕਾਲਾ ਪਿੰਡ ਹੈ, ਉੱਥੇ ਜੋਗਿੰਦਰ ਸਿੰਘ ਗੁੱਜਰ ਜਿਹੜੇ ਕਿ ਲੁਬਾਣਾ ਬਰਾਦਰੀ ਨਾਲ ਤੁਲਕ ਰੱਖਦੇ ਨੇ, ਇੱਥੇ ਰਹਿੰਦੇ ਸੀਗੇ 18 ਸਾਲ ਤੋਂ ਜੀ। ਔਰ ਜਦੋਂ ਇੰਡੀਆ ਆਏ ਤਾਂ ਉਹਨਾਂ ਨੂੰ ਬਹੁਤ ਕੀ ਕਹਿੰਦੇ ਤਸਵੀਰਾਂ ਦੇ ਆਧਾਰ ਤੇ ਇੱਕ 200 ਰੁਪਏ 200 ਯੂਰੋ ਦੀ ਐਂਟਰੀ ਦੇ ਆਧਾਰ ਤੇ ਜੀ ਉਹਨਾਂ ਨੂੰ ਯੂਆਪਾ ਵਿੱਚ ਗ੍ਰਿਫਤਾਰ ਕੀਤਾ ਸੀ। ਬੇਸਿਕਲੀ ਉਹ 65 ਸਾਲ ਦੇ ਬਜ਼ੁਰਗ ਨੇ, ਹਾਰਟ ਪੇਸ਼ੈਂਟ ਆ, 3 ਸਟੈਂਟ ਪਏ ਹੋਏ ਨੇ ਔਰ ਅਨਪੜ੍ਹ ਵੀ ਆ ਤੇ ਕੋਈ ਕ੍ਰਿਮੀਨਲ ਰਿਕਾਰਡ ਨਹੀਂਗਾ।
ਇਸ ਤਰ੍ਹਾਂ ਦੇ ਆਦਮੀ ਤੋਂ ਭਾਰਤ ਦੀ ਸਰਕਾਰ ਨੂੰ ਕੀ ਖਤਰਾ ਹੋ ਸਕਦਾ। ਔਰ ਜਦੋਂ ਫਿਰ ਮੈਂ ਉਸ ਤੋਂ ਅੱਗੇ ਚੱਲਿਆ ਤਾਂ ਇੱਕ ਬੜੀ ਇੰਪੋਰਟੈਂਟ FIR ਹੈ, ਜਿਹੜੀ FIR ਨੰਬਰ 144 ਆ, ਪੁਲਿਸ ਸਟੇਸ਼ਨ ਸਦਰ ਪਟਿਆਲਾ ਜ਼ਿਲ੍ਹਾ ਜੀ ਚੀਫ ਮਿਨਿਸਟਰ ਸਾਹਿਬ ਦਾ ਆਪਣਾ ਹੋਮ ਡਿਸਟ੍ਰਿਕਟ ਹੈ ਜੀ। ਉਹਦੇ ਚ ਮੈਂ ਜਦੋਂ ਰਿਸਰਚ ਕੀਤੀ, ਔਰ ਮੈਂ ਹੁਣ ਤਾਂ ਸਾਰਿਆਂ ਦੇ ਘਰਾਂ 'ਚ ਜਾ ਆਇਆ, ਅੱਜ ਮੈਂ ਮਾਨਸਾ ਗਿਆ ਸੀਗਾ, ਠੀਕ ਹੈ ਜੀ। 5 ਨੌਜਵਾਨ ਇਨਵੋਲਵ ਕੀਤੇ, 50 ਚੋਂ 4 ਦਲਿਤ ਨੇ ਜੀ, ਬਿਲਕੁਲ ਗਰੀਬ ਆਦਮੀ, ਲੇਬਰ ਕਲਾਸ, ਔਰ ਕੀ ਕਹਿੰਦੇ ਕਿ ਉਹਨਾਂ ਦੀ ਇੰਨੀ ਜਾਨ ਵੀ ਨਹੀਂ ਕਿ ਆਪਣੇ ਆਪ ਨੂੰ ਡਿਫੈਂਡ ਕਰ ਸਕਣ, ਕੁਝ ਬੋਲ ਵੀ ਸਕਣ, ਉਹਨਾਂ ਦੇ ਪਰਿਵਾਰ ਇੰਨੇ ਗਰੀਬ ਨੇ ਜੀ। ਉਹਨਾਂ ਸਾਰਿਆਂ ਤੇ ਜਵਾਬਾ ਲਾਤੀ। ਔਰ ਉਹਨਾਂ ਚ ਇੰਟਰਸਟਿੰਗ ਸਟੋਰੀਜ਼ ਹੈਗੀਆਂ, ਕਿਸੇ ਪਿੰਡ ਚ ਜਾਓ ਕਹਿੰਦੇ ਜੀ ਲੈ ਕੇ ਤਾਂ ਸਾਡੀ ਹਾਜ਼ਰੀ ਚ ਗਏ, ਜਿੱਦਾਂ ਸੇਰਾ ਪਿੰਡ ਦਾ ਇੱਕ ਸੁਖਚੈਨ ਸਿੰਘ ਦਲਿਤ ਹੈ ਜੀ, ਉਹ ਪਿੰਡ ਦੀ ਪੰਚਾਇਤ ਨੇ ਸਰਪੰਚ ਨੇ ਗਵਾਹੀ ਦਿੱਤੀ, ਮੈਂਬਰਸ ਨੇ ਮੇਰੇ ਸਾਹਮਣੇ ਗਵਾਹੀ ਦਿੱਤੀ, ਔਨ ਰਿਕਾਰਡ ਹੈ, ਫੇਸਬੁੱਕ ਲਾਈਵ ਤੇ ਆ ਜੀ। ਤੇ ਪੁਲਿਸ ਨੇ ਸਾਡੇ ਸਾਹਮਣੇ ਇਸ ਮੁੰਡੇ ਸੁਖਚੈਨ ਸਿੰਘ ਨੂੰ 26 ਜੂਨ ਨੂੰ ਸਾਡੇ ਕੋਲੋਂ ਲੈ ਕੇ ਗਏ ਪਿੰਡੋਂ, ਸੇਰਾ ਪਿੰਡ ਚੋਂ, ਤੇ 28 ਜੂਨ ਨੂੰ ਇਹਨਾਂ ਨੇ ਅਖਬਾਰ 'ਚ ਪੜਿਆ ਕਿ ਉਹਨੂੰ ਸਦਰ ਥਾਣੇ ਸਮਾਣਾ ਵਿੱਚ ਇੱਕ ਨਾਕੇ ਤੇ ਰੋਕ ਕੇ ਪਿਸਤੌਲ ਤੇ 7 ਕਾਰਤੂਸ ਮਿਲੇ। ਮਤਲਬ ਮਨ ਘੜਤ FIR, ਬਿਲਕੁਲ ਟੋਟਲੀ ਫਾਲਸ, ਫ੍ਰਿਵਲਸ। ਔਰ ਅਮਰਿੰਦਰ ਸਿੰਘ ਦੇ ਵਾਸਤੇ ਸ਼ਰਮਨਾਕ ਗੱਲ ਇਹ ਹੈ ਕਿ ਕਾਂਗਰਸ ਨੇ ਯੂਆਪਾ ਦਾ ਵਿਰੋਧ ਕੀਤਾ ਲੋਕ ਸਭਾ 'ਚ ਜੀ। ਕਪਿਲ ਸਿੱਬਲ ਦਾ ਲੇਟੈਸਟ ਜੂਨ 2020 ਜੀ, 16 ਦਿਨ ਪਹਿਲਾਂ ਜੀ, ਉਹਨਾਂ ਨੇ ਇਸ ਕਾਨੂੰਨ ਨੂੰ ਓਪਰੈਸਿਵ ਕਿਹਾ, ਕਾਲਾ ਕਾਨੂੰਨ ਕਿਹਾ, ਡ੍ਰੈਕੋਨੀਅਨ ਕਿਹਾ, ਤੇ ਕੈਪਟਨ ਸਾਹਿਬ ਉਹਨੂੰ ਧੜਾ ਧੜ ਪੰਜਾਬ 'ਚ ਲਾਗੂ ਕਰ ਰਹੇ ਨੇ। ਇਸ ਲਈ ਸਾਡਾ ਇਹ ਮੰਨਣਾ ਕਿ ਇਹ ਜਿਹੜੇ ਇਹਦੇ 'ਚ ਫਰੇਮ ਕੀਤੇ ਗਏ ਨੇ, ਇਹਦੇ 'ਚ ਬਹੁਤ ਵਾਸਟ ਮੈਜੋਰਿਟੀ ਆਫ ਲੋਕ ਉਹ ਜਿਹੜੇ ਨੇ ਉਹ ਇਨੋਸੈਂਟ ਨੇ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਇਹਦੀ ਜਾਂਚ ਕਰਾਉਣੀ ਚਾਹੀਦੀ ਪਰਸਨਲੀ, FIR ਨੂੰ ਸੁਪਰਵਾਈਜ਼, ਕਿਉਂਕਿ ਇਹਦਾ ਡ੍ਰੈਕੋਨੀਅਨ ਲਾਅ ਦੇ ਬੰਦੇ ਅੰਦਰ ਮਰ ਜਾਣਗੇ। ਜੀ, ਜੀ। ਇਸ ਕਰਕੇ ਇਹ ਬਹੁਤ ਔਰ ਐਕਸਟਰਾ ਆਰਡੀਨਰੀ ਟਾਈਮਸ ਵਿੱਚ ਵਰਤਣ ਵਾਲਾ ਲਾਅ ਵਾ, ਕੋਈ ਵਾਕਈ ਹੀ ਹਥਿਆਰਬੰਦ ਲੜਾਈ ਹੁੰਦੀ ਹੋਵੇ ਉੱਥੇ ਤਾਂ ਵਰਤਿਆ ਜਾ ਸਕਦਾ ਜੀ। ਖਹਿਰਾ ਸਾਹਿਬ, ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਏ ਕਿ ਜਿੱਦਾਂ ਆਪਾਂ ਫਰੀडम ਆਫ ਸਪੀਚ ਦੀ ਗੱਲ ਕਰਦੇ ਆ, ਕਿ ਇਹ ਉਸ ਅਧਿਕਾਰ ਦਾ, ਸੰਵਿਧਾਨ ਦੇ ਅਧਿਕਾਰ ਦਾ ਘਾਣ ਨਹੀਂਗਾ ਕਿ ਆਪਾਂ ਇੱਕ ਜਥੇਬੰਦੀ ਨਹੀਂ, ਇੱਕ ਪਾਰਟਿਕੂਲਰਲੀ ਪਰਸਨ ਦੇ ਉੱਤੇ ਵੀ ਇਹ ਕਾਨੂੰਨ ਦੀ ਵਰਤੋਂ ਕਰ ਰਹੇ ਆ? ਇਹ 100% ਤੁਹਾਡੇ ਜਿਹੜੇ ਫੰਡਾਮੈਂਟਲ ਰਾਈਟ ਆ ਸਾਡੇ ਕਨਸਟੀਟਿਊਸ਼ਨ 'ਚ ਜੀ, ਇਹ ਉਹਦੇ ਤੇ ਸਿੱਧਾ ਡਾਕਾ ਵਾ ਜੀ। ਲਿਟਰੇਚਰ ਲਿਖਣਾ ਵੀ offense ਹੈ ਅਕੋਰਡਿੰਗ ਟੂ ਦਿਸ ਲਾਅ ਜੀ। ਔਰ ਸੁਪਰੀਮ ਕੋਰਟ ਨੇ ਇੱਕ ਵਾਰੀ ਨੋਟ ਕੀਤਾ ਕਿ ਜਿਹੜੇ ਲੋਕ ਕੋਈ ਪੀਸਫੁਲ ਤਰੀਕੇ ਨਾਲ ਕੋਈ ਡਿਮਾਂਡ ਕਰਦੇ ਨੇ, ਲੈਟਸ ਸੇ ਇਵਨ ਖਾਲਿਸਤਾਨ ਦੀ ਡਿਮਾਂਡ ਵੀ ਕਰਦੇ ਨੇ, ਉਸ ਨੂੰ offense ਨਹੀਂ ਗਿਣਿਆ ਗਿਆ ਸੁਪਰੀਮ ਕੋਰਟ ਦੇ ਮੁਤਾਬਕ ਜੀ। ਬਟ ਇਹ ਲਾਅ ਜਿਹੜਾ ਪੰਜਾਬ 'ਚ ਇੰਨੇ ਵੱਡੇ ਪੱਧਰ ਤੇ ਯੂਜ਼ ਕੀਤਾ ਜਾ ਰਿਹਾ, ਇਹਦੇ 'ਚ ਤਸਵੀਰਾਂ ਦੇ ਆਧਾਰ ਤੇ ਲਿਟਰੇਚਰ ਹੋਣੀ, ਕੋਈ ਉਹਨੂੰ ਇੰਟਰਨੈਸ਼ਨਲ ਕਰਾਰ ਦੇ ਕੇ ਯੂਆਪਾ ਲਾ ਸਕਦੇ ਨੇ। ਸੋ ਇਹ ਬੇਸਿਕਲੀ ਸਾਡੀ ਜਿਹੜੀ ਫ੍ਰੀडम ਆਫ ਐਕਸਪ੍ਰੈਸ਼ਨ ਐਂਡ ਫ੍ਰੀडम ਟੂ ਇਹ ਉਹਦੇ ਤੇ ਉੱਤੇ ਬਹੁਤ ਵੱਡਾ ਤੇ ਖਹਿਰਾ ਸਾਹਿਬ, ਇੱਕ ਗੱਲ ਹੋਰ ਜਾਣਨੀ ਚਾਹਾਂਗੇ, ਜਿੱਦਾਂ ਕੋਈ ਜਿਹੜਾ ਸਰੋਪੇ ਵਾਲੀ ਅਵਤਾਰ ਸਿੰਘ ਪੰਨੂ ਹੁਣਾਂ ਦੇ ਜਿਹੜਾ ਸਰੋਪਾ ਪਾਇਆ ਸੀਗਾ, ਉਹ ਇਟਲੀ ਦੇ ਵਿੱਚ ਪਾਇਆ ਗਿਆ ਸੀਗਾ, ਤੇ ਉਹਨਾਂ ਦੇ ਉੱਤੇ ਇੱਕ ਧਾਰਾ ਲੱਗਣੀ ਕਿੱਥੋਂ ਤੱਕ ਜਾਇਜ਼ ਆ ਕਿ ਇੱਕ ਬਾਹਰ ਦੇ ਕੰਟਰੀ ਦੇ ਵਿੱਚ ਉਹ ਇੱਕ ਐਕਟੀਵਿਟੀ ਹੁੰਦੀ ਹੈ ਤੇ ਉਹਦੇ ਦੇ ਉੱਤੇ ਜਾ ਕੇ ਇੰਡੀਆ ਦੇ ਵਿੱਚ ਇਹ ਲੈਂਡ ਕਰਦਿਆਂ ਹੀ ਉਹਨਾਂ ਤੇ UAP ਦਾ ਧਾਰਾ ਲਾਈ ਜਾਂਦੀ ਹੈ, ਕਿੱਥੋਂ ਤੱਕ ਜਾਇਜ਼ ਆ? ਪੁੱਛਣ ਵਾਲਾ ਕੋਈ ਨਹੀਂ ਹੈ ਜੀ, ਜਦੋਂ ਆਪਾਂ ਕੰਮ ਹੀ ਕਾਲਾ ਕਰਨਾ ਤੇ ਕਾਨੂੰਨ ਹੀ ਕਾਲਾ, ਉਹ ਫਿਰ ਭਾਵੇਂ ਇਟਲੀ ਸਰੂਪ ਦਿੱਤਾ ਤੇ ਉਹਦੇ ਨਾਲ ਜਿਹੜੀ 6 ਫॉर ਜਸਟਿਸ ਦੀ ਕਨਵੈਨਸ਼ਨ ਸੀ ਜਨੀਵਾ ਵਿੱਚ ਅਟੈਂਡ ਕੀਤੀ ਹੈ, ਉਹ ਵੀ ਇੰਡੀਪੈਂਡੈਂਟ ਕੰਟਰੀ ਹੈ, ਉਹਦੇ ਕੋਈ ਰਹਿਣ ਵਾਲੇ ਬੰਦੇ ਜਨੀਵਾ ਵਿੱਚ ਜਾਂਦੇ ਨੇ, ਉਹ ਭਾਰਤ ਦੀ ਧਰਤੀ ਤੇ ਕਿੱਦਾਂ ਆਫੈਂਸ ਬਣਦਾ। ਔਰ ਇੱਕ ਹਾਸੋਹੀਣੀ ਗੱਲ ਹੋਰ ਆ ਜੀ ਕਿ ਜੋਗਿੰਦਰ ਸਿੰਘ ਗੁੱਜਰ ਦੇ ਇਲਜ਼ਾਮ ਲਾਇਆ ਕਿ ਇਹਨੇ 200 ਯੂਰੋ ਟ੍ਰਾਂਸਫਰ ਕੀਤਾ। 200 ਯੂਰੋ ਕਿੰਨਾ? 15,000 ਰੁਪਇਆ ਵਾ ਜੀ। 15 ਮਤਲਬ ਇੰਡੀਆ ਦਿੱਲੀ ਵਿੱਚ ਏਡੀ ਵੱਡੀ ਸਲਤਨਤ ਨੂੰ 15,000 ਰੁਪਏ ਤੋਂ ਖਤਰਾ ਵਾ ਕਿ ਰੁਕ ਸਕਦਾ ਸਾਡਾ ਦੇਸ਼ ਜੀ। ਬਿਲਕੁਲ। ਔਰ ਇੱਕ ਹੋਰ ਜਿਹੜੀ ਗੱਲ ਮੈਂ ਕਹਿ ਰਿਹਾ ਸੀ, ਜਿਹੜੀ ਮੈਂ ਗੱਲ ਐਡ ਕਰ ਦਿਆਂ ਕਿ ਇੱਕ 2020 ਦੀ ਆੜ ਵਿੱਚ ਪੰਜਾਬ ਪੁਲਿਸ ਨੇ ਹਰ ਪੁਲਿਸ ਸਟੇਸ਼ਨ ਵਿੱਚ 100 150 ਨੌਜਵਾਨ ਦੀ ਲੜਕੀਆਂ ਦੀ ਜਾਂ ਮੁੰਡਿਆਂ ਦੀ ਇੱਕ ਲਿਸਟ ਬਣਾਈ ਹੈ, ਜਿਨ੍ਹਾਂ ਨੇ ਰੈਫਰੈਂਡਮ ਨੂੰ ਕਿਤੇ ਲਾਈਕ ਕਰਤਾ, ਕਿਤੇ ਕਮੈਂਟ ਕਰਤਾ, ਕਿਤੇ ਸ਼ੇਅਰ ਕਰਤਾ ਉਸ ਪੋਸਟ ਨੂੰ ਜੀ। ਇਹ ਦੇਖੋ ਕਿੰਨਾ ਵੱਡਾ ਇੱਕ ਲੋਕਾਂ ਦੇ ਅਧਿਕਾਰਾਂ ਦੇ ਉੱਤੇ ਇਹ ਮਤਲਬ ਕੀ ਕਹਿੰਦੇ ਕਿ ਡਾਕਾ ਜੀ, ਜ਼ੁਲਮ ਹੈ। ਬਿਲਕੁਲ ਡਾਕਾ ਵੀ ਪੈ ਰਿਹਾ ਜੀ। ਸਿਰਫ ਸੋਸ਼ਲ ਮੀਡੀਆ ਦੇ ਉੱਤੇ ਇੱਕ ਲਾਈਕ ਕਰ ਦੇਣਾ ਵੀ ਪੁਲਿਸ
ਜੀ ਆਧਾਰ ਕਾਰਡ ਡਿਟੇਲਸ, ਪਾਸਪੋਰਟ ਡਿਟੇਲਸ। ਸੋ ਮੈਨੂੰ ਅਫਸੋਸ ਹੈ ਕਿ ਦੇਖੋ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਚੁੱਪ ਬੈਠੀਆਂ। ਆ ਜਿਹੜੀ ਆਮ ਆਦਮੀ ਪਾਰਟੀ ਰੋਜ਼ ਰੌਲਾ ਪਾਉਂਦੀ ਹੈ ਜੀ ਔਰ ਇਹਦੇ ਵਿੱਚ ਇੱਕ ਸ਼ਬਦ ਨਹੀਂ ਬੋਲੇ ਹੋਈ ਆਪਾਂ ਦੇ ਖਿਲਾਫ। ਜੀ ਔਰ ਜਦੋਂ ਕੇਜਰੀਵਾਲ ਨੇ ਲੀਡਰ ਆਫ ਆਪੋਜੀਸ਼ਨ ਬਣਾਇਆ, ਉਹਨੂੰ ਕਿਹਾ ਜੀ ਦਲਿਤ ਬਣਾ ਰਹੇ ਤਾਂ ਕਿ ਦਲਿਤਾਂ ਦੇ ਹਕੂਕ ਦੀ ਰਾਖੀ। ਜੀ ਇਹਦੇ ਜੀ ਆਪਾਂ ਜਿਹੜਾ FIR ਨੰਬਰ 144 ਕੋਟ ਕਰਦੇ ਉਹ ਤੇ ਵਿਕਟਮਾਈਜ਼ ਦਲਿਤ ਹੋਏ ਨੇ, ਫਿਰ ਚੁੱਪ ਜੀ ਬਿਲਕੁਲ ਜੀ ਜਿਆਦਾ ਪੁਲਿਸ ਤੋਂ ਡਰਦੇ ਨੇ ਜਾਂ ਬੋਲ ਨਹੀਂ ਸਕਦੇ। ਅਕਾਲੀਆਂ ਦਾ ਤਾਂ ਸਾਨੂੰ ਸਮਝ ਆਉਂਦਾ ਕਿ ਉਹ BJP ਦੇ ਅਧੀਨ ਨੇ, ਉਹ BJP ਦੇ ਖਿਲਾਫ ਨਹੀਂ ਬੋਲਦੇ ਕਿਉਂਕਿ BJP ਨੇ ਕਾਨੂੰਨ ਬਣਾਇਆ ਹੈ। ਬਿਲਕੁਲ ਜੀ ਪਰ ਆਮ ਆਦਮੀ ਪਾਰਟੀ ਨੂੰ ਤਾਂ ਕੋਈ ਰੋਕਦਾ ਨਹੀਂ ਸੀ, ਪਤਾ ਨਹੀਂ ਕਿਉਂ ਨਹੀਂ ਬੋਲਦੇ। ਬਿਲਕੁਲ ਜੀ ਖਹਿਰਾ ਸਾਹਿਬ, ਅਸੀਂ ਇਸ ਮਸਲੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਪੰਜਾਬ ਦੇ ਲੋਕਾਂ ਦੀ ਜਿਹੜੀ ਗੱਲ ਆ ਉਹ ਸਾਹਮਣੇ ਰੱਖੀ ਆ ਤੇ UPA ਦੀ ਜਿਹੜੇ ਧਾਰਾ ਦੇ ਅਕੋਰਡਿੰਗਲੀ ਜਿਹੜੇ ਨੌਜਵਾਨਾਂ ਨੂੰ ਬਚਾਇਆ। ਅਸੀਂ ਤੁਹਾਡਾ ਤਹਿ ਦਿਲ ਤੋਂ KTV ਦੀ ਪੂਰੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਰੰਧਾਵਾ ਸਾਹਿਬ ਦੇਖੋ, ਰੰਧਾਵਾ ਸਾਹਿਬ ਦੇਖੋ ਨਾ, ਸਾਰੀ ਗੱਲਬਾਤ ਦੱਸੀ ਆ ਵੀ ਕਿੱਦਾਂ ਇਹ ਹਾਲਾਤ ਇਹੋ ਜਿਹੇ ਬਣ ਗਏ ਨੇ ਕਿ ਇੱਕ ਕੋਈ ਕਾਲਾ ਕਾਨੂੰਨ ਇੱਕ ਉੱਥੇ ਇੰਡੀਆ ਵਿੱਚ ਬਣ ਗਿਆ ਕਿ ਜਿਸ ਇਸ ਲਈ ਜਿਹੜਾ ਲੀਡਰਾਂ ਨੂੰ ਮੋਹਰੇ ਆਉਣਾ ਚਾਹੀਦਾ, ਜਿਨ੍ਹਾਂ ਨੇ ਕਿਹੜੇ ਮੂੰਹ ਨਾਲ ਜਾ ਕੇ ਗਾਂ ਜਿਹੜੀਆਂ ਆਉਣ ਵਾਲੇ ਇਲੈਕਸ਼ਨ ਵਿੱਚ ਵੋਟਾਂ ਮੰਗਣੀਆਂ। ਵੈਸੇ ਕੀ ਤੁਹਾਡੇ ਲਈ ਪੰਜਾਬ ਲਈ ਕੀਤਾ ਕੀ ਆ? ਬਿਲਕੁਲ ਜੀ, ਆਪਾਂ ਇੱਥੇ ਇਹੋ ਹੀ ਗੱਲ ਦੀ ਡਿਸਕਸ਼ਨ ਕਰਦੇ ਪਏ ਆ ਕਿ ਆਪਣਾ ਲੀਡਰ ਦਾ ਆਧਾਰ ਕੀ ਹੁੰਦਾ ਹੈ। ਲੀਡਰ ਦੇ ਆਪਾਂ ਅਖੌਤੀ ਲੀਡਰਾਂ ਦੀ ਗੱਲ ਕਰਦੇ ਆ। ਜਦੋਂ ਸਾਰੀਆਂ ਪਾਰਟੀਆਂ ਹੀ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇੱਕ ਦੂਜੇ ਦੇ ਬਲੇਮ ਗੇਮ ਦੇ ਜਾਂ ਆਪਾਂ ਕਹਿ ਲਈਏ ਦੋਵਾਂ ਹੱਥਾਂ ਨਾਲ ਤਾੜੀ ਵਜਾ ਰਹੀਆਂ ਨੇ, ਤੇ ਉੱਥੇ ਅਸੀਂ ਇਨਸਾਫ ਦੀ ਜਿਹੜੀ ਮੰਗ ਆ ਜਾਂ ਆਪਾਂ ਇਨਸਾਫ ਦੀ ਉਮੀਦ ਆ ਉਹ ਕਿਸ ਪਾਰਟੀ ਤੋਂ ਕਰ ਸਕਦੇ ਆ। ਬਿਲਕੁਲ ਰੰਧਾਵਾ ਸਾਹਿਬ, ਇਹ ਫੇਰ ਜੇ ਲੋਕਾਂ ਨੂੰ ਹਜੇ ਵੀ ਨਹੀਂ ਸਮਝ ਨਾ ਲੱਗੀ ਤਾਂ ਫਿਰ ਸਮਝ ਕਦੋਂ ਨੂੰ ਲੱਗਣੀ ਹੈ ਕਿ ਸਾਰਾ ਪਿੱਛੇ ਘੜਾ ਮਾਲਾ ਇੱਕੋ ਜਿਹਾ ਹੈ ਜੇ ਉਹ ਕਵੇ ਕਿਹਨੂੰ। ਇੱਕ ਜਿਹੜੀ ਪਾਰਟੀ ਇੱਕ ਖੁਦ ਚੋਰ ਆ, ਉਹ ਦੂਜੀ ਚੋਰ ਪਾਰਟੀ ਨੂੰ ਕਵੇ ਕਿੱਦਾਂ ਵੀ ਮੈਂ ਤੂੰ ਚੋਰ ਆ। ਬਿਲਕੁਲ ਜੀ, ਜਿਵੇਂ ਖਹਿਰਾ ਸਾਹਿਬ ਨੇ ਮੈਂਸ਼ਨ ਕੀਤਾ ਹੈ ਕਿ ਦੋਵੇਂ ਪਾਰਟੀਆਂ ਤੇ ਇੱਕ ਹੱਥ ਨਾਲ ਤਾੜੀ ਵਜਾਉਣ ਡੀਆਂ ਨੇ, ਕਿ ਦੋਵੇਂ ਹੱਥ ਜਿਹੜੇ ਨੇ ਪਾਰਟੀਆਂ ਦੇ ਕਾਂਗਰਸ ਤੇ ਅਕਾਲੀ ਦਲ ਵੱਲੋਂ ਤਾੜੀ ਵੱਜ ਰਹੀ ਹੈ। ਪਰ ਆਪਾਂ ਹੁਣ ਇੱਥੇ ਜਿਹੜਾ ਵਾ ਅੱਜ ਦਾ ਵਿਸ਼ਰਾਮ ਲੈਂਦੇ ਆ ਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਤੇ ਜਰੂਰ ਇਹ ਬੇਨਤੀ ਕਰਦੇ ਆ ਕਿ ਜਰੂਰ ਇਸ ਚੀਜ਼ ਵਾਸਤੇ ਜਰੂਰ ਸੋਚੋ ਤੇ ਆਪਣੀਆਂ ਆਵਾਜ਼ ਜਿਹੜੀ ਹੱਕ ਤੇ ਸੱਚ ਦੀ KTV ਆਵਾਜ਼ ਹੈ ਉਹ ਆਪਣੀ ਹਮੇਸ਼ਾ ਬੁਲੰਦ ਕਰਦਾ ਰਹੂਗਾ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।